ਅੱਛਾ, ਇਹ ਉਸ ਸਮੇਂ ਦੇ ਲੋਧੀ ਵੰਸ਼ ਵੇਲੇ ਦੀ ਲੋਧੀ ਵੰਸ਼ ਦੀ। ਔਰ ਜਿਹੜਾ ਇਹਦਾ ਗੁੰਬਦ ਦਾ ਡਿਜ਼ਾਈਨ ਹੈ ਜੀ, ਇਹ ਖਿਲਜੀ ਵੰਸ਼ ਦਾ, ਖਿਲਜੀ ਸ਼ੈਲੀ 'ਚ ਹੈ ਜੀ। ਇਹ ਕੀ ਖਿਲਜੀ ਦੀ ਕੀ ਖਾਸ ਨਿਸ਼ਾਨੀ ਹੈ ਇਹਦੀ? ਇਹਦੀ ਸ਼ੈਲੀ ਦੀ ਇਹ ਨਿਸ਼ਾਨੀ ਹੈ, ਜਦੋਂ ਮੁਗਲ ਆਏ ਨੇ, ਮੁਗਲ ਸ਼ੈਲੀ ਚੱਲੀ ਹੈ, ਤਾਂ ਜਿਹੜੇ ਮੀਨਾਰ ਸੀਗੇ ਇਹ ਉੱਪਰ ਨੂੰ ਉੱਠਵੇਂ ਬਣਨ ਲੱਗ ਗਏ ਜੀ। ਖੰਡਰ ਜਿਹੜੇ ਸੀਗੇ ਉਹ ਮਲਹੇਰਗੜ੍ਹ ਦੇ ਖੰਡਰ ਸੀਗੇ ਜੀ। ਤਾਂ ਹੌਲੀ ਹੌਲੀ ਜਦੋਂ ਸ਼ੇਖ ਸਦਰੁਦੀਨ ਕੋਲੇ ਲੋਕ ਜੁੜਨੇ ਸ਼ੁਰੂ ਹੋ ਗਏ, ਉਹ ਮਲਹੇਰਗੜ੍ਹ ਤਾਂ ਭੁੱਲ ਗਏ, ਮਲਹੇਰਗੜ੍ਹ ਤੋਂ ਮਲੇਰ ਹੋ ਗਿਆ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਬਹੁਤ ਤਕੜਾ ਇਤਿਹਾਸ ਦੱਸਣਾ ਰਿਆਸਤ ਮਰੇਲਕੋਟਲਾ ਦਾ। ਮਰੇਲਕੋਟਲਾ ਕਿਵੇਂ ਬਣਿਆ, ਇਹਦੇ ਮਗਰਲਾ ਇਤਿਹਾਸ ਕੀ ਆ, ਮਤਲਬ ਕਿ ਵਿਸ਼ਾਲ ਇਤਿਹਾਸ ਆ ਜਿਹੜਾ ਕਿ ਆਪਾਂ ਘੱਟੋ ਘੱਟ 10-12 ਕਿਸ਼ਤਾਂ ਤੱਕ ਬਣਾਵਾਂਗੇ ਤੇ ਦੱਸਾਂਗੇ। ਤੇ ਸਾਡੇ ਨਾਲ ਜੁੜੇ ਰਹੋ, ਕਿਉਂਕਿ ਇਹਦੇ ਅੱਡ ਆਪਾਂ ਭਾਗ ਸਮੇਂ-ਸਮੇਂ ਤੇ ਪਾਉਂਦੇ ਰਵਾਂਗੇ। ਤੇ ਇਹ ਬਹੁਤ ਇਤਿਹਾਸਕ ਸ਼ਹਿਰ ਆ, ਬਹੁਤ ਇਹਦੇ ਤੱਥ ਜੁੜਦੇ ਆ, ਬਹੁਤ ਇਤਿਹਾਸਕ ਇਮਾਰਤਾਂ ਨੇ, ਉਹ ਸਾਰੀਆਂ ਹੀ ਦਿਖਾਵਾਂਗੇ, ਪਰ ਉਹਦੇ ਇੱਕ ਅੱਡ ਆਪਾਂ ਭਾਗ ਪਾਉਂਦੇ ਜਾਵਾਂਗੇ ਲਗਾਤਾਰ। ਤੇ ਸਾਡੇ ਨਾਲ ਸ਼ੇਖ ਇਫਤਿਖਾਰ ਹੁਸੈਨ ਸਾਹਿਬ ਹੋਣਗੇ, ਜਿਹੜੇ ਸਾਡੇ ਨਾਲ 10-12 ਕਿਸ਼ਤਾਂ ਦੇ ਨਾਲ ਸਾਡੇ ਬਣੇ ਰਹਿਣਗੇ, ਤੋਂ ਇਤਿਹਾਸ ਦੇ ਤੱਥ ਸਾਨੂੰ ਦੱਸਦੇ ਰਹਿਣਗੇ। ਸ਼ੇਖ ਸਾਹਿਬ ਆਇਓ ਜੀ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ ਜੀ? ਬਹੁਤ ਵਧੀਆ ਜੀ, ਮਿਹਰਬਾਨੀ ਜੀ। ਤੇ ਗੱਲ ਸਾਹਿਬ ਐਂ ਵੀ ਪਹਿਲਾਂ ਸਟਾਰਟਿੰਗ ਕਹਿੰਦੇ ਇੱਥੋਂ ਹੋਈ ਸੀ ਜੀ। ਜੀ, ਇਹ ਜਿੱਥੇ ਆਪਾਂ ਖੜੇ ਆ ਜੀ, ਇਸ ਨੂੰ ਸ਼ੇਖ ਸਦਰੁਦੀਨ ਦਾ ਮਜ਼ਾਰ ਜਾਂ ਮਕਬਰਾ ਕਿਹਾ ਜਾਂਦਾ ਹੈ। ਇਹ ਮਜ਼ਾਰ ਆ? ਇਹ ਮਜ਼ਾਰ ਹੈ ਜੀ ਉਹਨਾਂ ਦਾ ਜੀ। ਅੱਜ ਪਤਾ ਨਹੀਂ ਦੇਖੀ ਨਾਲੇ ਬਿਲਕੁਲ ਆਓ ਦਿਖਾਉਣਾ ਜੀ। ਇਹ ਆ ਮਕਬਰਾ, ਮੈਂ ਕਿਹਾ ਮਜ਼ਾਰ ਕਹਿ ਸਕਦੇ ਉਹਨਾਂ ਦਾ? ਹਾਂਜੀ ਹਾਂਜੀ, ਸ਼ੇਖ ਸਦਰੁਦੀਨ ਜੀ ਦਾ ਜੀ। ਉਹ ਕੀ ਇਤਿਹਾਸ ਕੀ ਸੀ, ਕਿੱਥੋਂ ਆਏ ਸੀ ਉਹ? ਅਸਲ ਕੀ ਹੈ, ਇਹ ਜਿਹੜਾ ਹੁਣ ਆਪਾਂ ਮਕਬਰਾ ਦੇਖ ਰਹੇ ਹਾਂ ਜੀ, ਇਹ ਨਵਾਂ ਬਣਿਆ ਹੋਇਆ ਹੈ। ਇਸ ਦੀ ਜਗ੍ਹਾ ਪਹਿਲਾਂ ਪੁਰਾਣਾ ਮਕਬਰਾ ਹੁੰਦਾ ਸੀਗਾ ਜੀ। ਇਹਦੀ ਪੁਰਾਣੀ ਬਿਲਡਿੰਗ ਸੀਗੀ, ਇਹ ਤਾਂ ਹੁਣ 10-15 ਸਾਲਾਂ ਤੋਂ ਨਵਾਂ ਬਣਿਆ। ਇਹ ਕਬਰ ਉਹੀ ਹੈ ਪੁਰਾਣੀ ਦੀ ਪੁਰਾਣੀ। ਅਸਲ ਕੀ ਹੈ, ਸ਼ੇਖ ਸਦਰੁਦੀਨ ਜਦੋਂ ਆਏ ਨੇ, ਉਹਨਾਂ ਨੇ ਇੱਥੇ ਕੁੱਲੀ ਪਾ ਕੇ ਰਹਿਣਾ ਸ਼ੁਰੂ ਕੀਤਾ ਸੀਗਾ ਜੀ। ਤਾਂ ਸ਼ੇਖ ਸਦਰੁਦੀਨ ਦਾ ਇਤਿਹਾਸ ਕੀ ਹੈ, ਉਹਦੇ ਵਾਸਤੇ ਆਪਾਂ ਨੂੰ ਥੋੜਾ ਪਿੱਛੇ ਜਾਣਾ ਪਊਗਾ ਜੀ। ਔਰ ਘੱਟੋ ਘੱਟ ਮੈਂ ਤੁਹਾਨੂੰ 700 ਸਾਲ ਪਿੱਛੇ ਲੈ ਕੇ ਜਾਵਾਂਗਾ ਜੀ। ਤੇ ਉਹ ਮੈਂ ਚਾਹੁੰਦਾ ਵੀ ਕਿਤੇ ਸਾਈਡ ਤੇ ਇੱਕ ਥਾਂ ਬੈਠ ਜਾਈਏ ਜੀ, ਤਾਂ ਉੱਥੇ ਬੈਠ ਕੇ ਬਾਹਰਲੇ ਪਾਸੇ ਵੀ ਖੜ ਕੇ ਕਰ ਸਕਦੇ ਆ ਜਾਂ ਇੱਥੇ ਫਿਰ ਨਾਲ ਮੈਨੂੰ ਦੱਸਣਾ ਪੈਣਾ। ਹਾਂਜੀ, ਜੀ 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 ਜੀ। ਤੇ ਅਗਰ ਇਧਰੋਂ ਆ ਸਾਈਡ ਤੇ ਆ ਜਾਈਏ, ਇੱਧਰ ਆ ਜਾਓ, ਇੱਧਰ ਆ ਜਾਓ। ਹਾਂਜੀ ਹਾਂਜੀ, ਠੀਕ ਆ। ਮਤਲਬ ਉਹੀ ਸਾਰਾ ਕੁਝ ਚੱਲਿਆ ਆਉਂਦਾ ਇੱਥੇ? ਜੀ ਜੀ ਬਿਲਕੁਲ। ਮਤਲਬ ਇਹ ਨਹੀਂ ਉਹਨਾਂ ਦੀ, ਇਹ ਉਹਨਾਂ ਦੀ ਕਬਰ ਹੈ ਜੀ। ਮਜ਼ਾਰ, ਦਰਗਾਹ ਜੀ, ਖਾਨਗਾਹ, ਜੋ ਮਰਜ਼ੀ ਕਹਿ ਸਕਦੇ ਹੋ, ਜਿਨ੍ਹਾਂ ਨੇ ਮਰੇਲਕੋਟਲਾ ਦਾ ਮੁੱਢ ਬੰਨਿਆ, ਜਿਨ੍ਹਾਂ ਨੇ ਮਲੇਰਕੋਟਲਾ ਵਸਾਇਆ। ਇਹ ਮੈਂ ਮਲੇਰਕੋਟਲੇ ਦਾ ਜਿਹੜਾ ਇਤਿਹਾਸ ਦੱਸਣ ਲੱਗਿਆ ਸੀਗਾ, ਇਹ ਸ਼ੇਖ ਸਦਰੁਦੀਨ ਦੀ ਦਰਗਾਹ ਹੈ। ਸ਼ੇਖ ਸਦਰੁਦੀਨ ਕੌਣ ਸੀਗੇ ਜੀ? ਜੀ, ਤਾਂ ਇਹਦੇ ਵਾਸਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 700 ਸਾਲ ਪਿੱਛੇ ਲੈ ਕੇ ਜਾਵਾਂਗਾ ਤੁਹਾਨੂੰ ਜੀ। ਸ਼ੇਖ ਸਦਰੁਦੀਨ ਦੇ ਜਿਹੜੇ ਪੁਰਖੇ ਸੀਗੇ, ਯਾਨੀ ਕਿ ਇਹਨਾਂ ਦੇ ਦਾਦਾ ਪੜਦਾਦਾ ਜੀ, ਉਹ ਈਰਾਨ 'ਚ ਰਹਿੰਦੇ ਹੁੰਦੇ ਸੀਗੇ ਜੀ। ਇਹ 700 ਸਾਲ ਪਹਿਲਾਂ ਦੀ ਸਟੋਰੀ ਦੱਸ ਰਿਹਾ ਤੁਹਾਨੂੰ ਜੀ ਜੀ ਜੀ। ਤਾਂ ਈਰਾਨ 'ਚ ਰਹਿੰਦੇ ਹੁੰਦੇ ਸੀਗੇ। ਈਰਾਨ ਦਾ ਇੱਕ ਸਰਹੱਦੀ ਕਸਬਾ ਹੈ, ਉਹਦਾ ਨਾਮ ਹੈ ਸ਼ੇਰਵਾਨ। ਸ਼ੇਰਵਾਨ ਉਹ ਸ਼ੇਰਵਾਨ ਰਹਿੰਦੇ ਸੀਗੇ। ਇਹਨਾਂ ਦੇ ਪੁਰਖੇ ਜਿਹੜੇ ਸੀ ਉੱਥੋਂ ਹਿਜਰਤ ਕਰਕੇ ਅਫਗਾਨਿਸਤਾਨ 'ਚ ਆ ਗਏ। ਈਰਾਨ ਤੋਂ ਹਿਜਰਤ ਕਰਕੇ ਅਫਗਾਨਿਸਤਾਨ ਆ ਗਏ ਜੀ। ਅਫਗਾਨਿਸਤਾਨ ਦੇ ਵੀ ਸਰਹੱਦੀ ਕਸਬੇ 'ਚ ਆ ਕੇ, ਇੱਕ ਕਸਬੇ ਦਾ ਨਾਮ ਹੈ ਉੱਥੇ ਦਰਾਬਾਨ, ਅਫਗਾਨਿਸਤਾਨ 'ਚ ਜੀ। ਉਹ ਈਰਾਨ ਤੋਂ ਚੱਲ ਕੇ ਦਰਾਬਾਨ 'ਚ ਆ ਕੇ ਰਹਿਣਾ ਸ਼ੁਰੂ ਕਰਤਾ ਉਹਨਾਂ ਨੇ। ਤਾਂ ਸ਼ੇਖ ਸਦਰੁਦੀਨ ਦੀ ਜਿਹੜੀ ਪੈਦਾਇਸ਼ ਹੋਈ ਉਹ ਦਰਾਬਾਨ 'ਚ ਆ ਕੇ, ਯਾਨੀ ਕਿ ਅਫਗਾਨਿਸਤਾਨ 'ਚ ਹੋਈ ਆ ਕੇ। ਇਸ ਕਰਕੇ ਇਹਨਾਂ ਨੂੰ ਸ਼ੇਖ ਸਦਰੁਦੀਨ ਅਫਗਾਨੀ ਵੀ ਕਿਹਾ ਜਾਂਦਾ ਹੈ ਜੀ। ਇਹਨਾਂ ਦੇ ਨਾਮ ਨਾਲ ਅਗਰ ਕੋਈ ਅਫਗਾਨੀ ਜੋੜਦਾ ਹੈ ਤਾਂ ਉਹ ਸਹੀ ਜੋੜਦਾ ਹੈ, ਕਿਉਂਕਿ ਇਹਨਾਂ ਦੀ ਜਿਹੜੀ ਪੈਦਾਇਸ਼ ਹੋਈ ਹੈ ਉਹ ਅਫਗਾਨਿਸਤਾਨ 'ਚ ਆ ਕੇ ਹੋਈ ਹੈ। ਤਾਂ ਅਫਗਾਨਿਸਤਾਨ ਦੇ ਦਰਾਬਾਨ ਕਸਬੇ ਦੇ ਵਿੱਚ ਜੀ। ਤਾਂ ਇਹਨਾਂ ਦੇ ਜਿਹੜੇ ਫਾਦਰ ਸੀਗੇ, ਉਹਨਾਂ ਦਾ ਨਾਮ ਥਾ ਸ਼ੇਖ ਅਹਿਮਦ ਜ਼ਿੰਦਾ ਪੀਰ। ਇਹ ਵੈਸੇ ਤਾਂ ਪਠਾਨ ਫੈਮਿਲੀ ਹੈ ਜੀ। ਸ਼ੇਰਵਾਨੀ ਕਿਹਾ ਜਾਂਦਾ ਹੈ ਇਹਨਾਂ ਨੂੰ, ਸ਼ੇਰਵਾਨੀ ਪਠਾਨ ਜੀ। ਸ਼ੇਰਵਾਨੀ ਪਠਾਨ ਨੇ ਜਿਹੜੇ, ਉਹ ਪਠਾਨਾਂ ਦੇ ਵਿੱਚ ਥੋੜ੍ਹੇ ਜਿਹੇ ਉੱਚ ਨੇ, ਉੱਚ ਹੁੰਦੇ ਨੇ ਸ਼ੇਰਵਾਨੀ ਪਠਾਨ ਜੀ। ਤਾਂ ਇਹ ਵੀ ਉਸ ਹਿਸਾਬ ਨਾਲ ਇਹਨਾਂ ਨੂੰ ਉੱਚ ਮਿਲੇ। ਪਰ ਇਹਨਾਂ ਦੀ ਫੈਮਿਲੀ ਬਾਰੇ ਮੈਂ ਖਾਸ ਤੌਰ 'ਤੇ ਜ਼ਿਕਰ ਕਰਾਂਗਾ ਕਿ ਇਹਨਾਂ ਦੇ ਬਾਪ, ਦਾਦੇ, ਪੜਦਾਦੇ, ਔਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸੁਭਾਅ ਰਿਹਾ ਉਹ ਦਰਵੇਸ਼ੀ ਲਾਈਨ 'ਚ ਰਿਹਾ, ਯਾਨੀ ਕਿ ਸੂਫੀ ਮਤ ਨੂੰ ਮੰਨਣ ਵਾਲੇ ਰਹੇ ਨੇ ਇਹ। ਸੂਫੀ ਪਣੇ ਦੇ ਵਿੱਚ ਵੱਧ ਵਿਸ਼ਵਾਸ ਸੀਗਾ ਇਹਨਾਂ ਦਾ ਜੀ। ਤਾਂ ਸ਼ੇਖ ਸਦਰੁਦੀਨ ਦਾ ਜਦੋਂ ਜਨਮ ਹੋਇਆ, ਜਨਮ ਤੋਂ ਹਜੇ ਬਚਪਨ ਹੀ ਸੀਗਾ,
ਬਚਪਨ 'ਚ ਆਮ ਬੱਚਿਆਂ ਦਾ ਜਿਹੜਾ ਰੁਝਾਨ ਹੁੰਦਾ ਹੈ ਉਹ ਖੇਡਾਂ ਵਾਲੇ ਪਾਸੇ ਹੁੰਦਾ ਹੈ ਜੀ। ਪਰ ਸ਼ੇਖ ਸਦਰੁਦੀਨ ਦਾ ਰੁਝਾਨ ਖੇਡਾਂ ਵਾਲੇ ਪਾਸੇ ਨਹੀਂ ਸੀ। ਇਹਨਾਂ ਦਾ ਉਹੀ ਰੱਬੀ ਖਿਆਲ ਸੀਗਾ, ਗਰੀਬਾਂ ਕੰਨੀ ਦੇਖਣਾ ਔਰ ਕੋਈ ਸ਼ਰਾਰਤਾਂ ਨਹੀਂ ਕਰਨੀਆਂ, ਉਹੀ ਰੱਬ ਰੱਬ ਕਰਨਾ। ਤਾਂ ਇਹਨਾਂ ਦੇ ਪਿਓ ਨੇ ਸ਼ੇਖ ਅਹਿਮਦ ਜ਼ਿੰਦਾ ਪੀਰ, ਉਹ ਵੀ ਅੱਗੇ ਦਰਵੇਸ਼ ਸੀਗੇ ਜੀ ਔਰ ਸੂਫੀ ਮਤ ਨੂੰ ਮੰਨਣ ਵਾਲੇ ਸੀਗੇ। ਤਾਂ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਕਿੱਧਰ ਨੂੰ ਜਾ ਰਿਹਾ ਹੈ, ਵੀ ਬਜਾਏ ਦੇ ਖੇਲਣ ਕੁੱਦਣ ਦੇ ਦਿਨ ਨੇ ਪਰ ਇਹ ਤਾਂ ਮੇਰੇ ਵਾਂਗੂ ਦਰਵੇਸ਼ੀ ਲਾਈਨ 'ਚ ਪਿਆ ਹੋਇਆ। ਉਹਨਾਂ ਨੇ ਹੋਰ ਥੋੜਾ ਟਾਈਮ ਦੇਖਿਆ, ਜਦੋਂ ਇਹ ਉਡਾਰ ਹੋ ਗਏ ਜੀ ਤਾਂ ਉਹਨਾਂ ਨੇ ਦੇਖਿਆ ਕਿ ਮੁੰਡਾ ਬਦਲਣ ਵਾਲਾ ਨਹੀਂ ਹੈ ਜੀ। ਉਹਨਾਂ ਨੇ ਉਸ ਟਾਈਮ ਦੇ ਇੱਕ ਬਹੁਤ ਵੱਡੇ ਮੌਲਵੀ ਹੁੰਦੇ ਸੀਗੇ ਦਰਵੇਸ਼, ਉਹਨਾਂ ਦਾ ਨਾਮ ਸੀ ਸ਼ਾਹ ਰੁਕਨੂਦੀਨ ਮੁਲਤਾਨੀ, ਰੁਕਨੂ ਆਲਮ ਮੁਲਤਾਨੀ ਜੀ। ਉਸ ਟਾਈਮ ਦੇ ਪਹੁੰਚੇ ਹੋਏ ਪੀਰ ਸੀਗੇ ਉਹ ਜੀ, ਤੇ ਮੌਲਵੀ ਸੀਗੇ। ਉਹਨਾਂ ਨੇ ਗੱਲ ਕਰਕੇ ਸ਼ੇਖ ਸਦਰੁਦੀਨ ਨੂੰ ਉਹਨਾਂ ਕੋਲੇ ਛੱਡਤਾ ਕਿ ਇਹਨੂੰ ਇਸਲਾਮਿਕ ਸਿੱਖਿਆ ਦੇਵੋ, ਕਿਉਂਕਿ ਇਹਦਾ ਰੁਝਾਨ ਜਿਹੜਾ ਹੈ, ਧਿਆਨ ਜਿਹੜਾ ਹੈ, ਉਹ ਮੈਂ ਦੇਖਿਆ ਵੀ ਉਹ ਸੂਫੀ ਮਤ ਵਾਲੀ ਹੈ। ਕੋਈ ਨਾ ਖੇਡਦਾ ਹੈ, ਨਾ ਕੁਝ ਹੋਰ ਕਰਦਾ ਹੈ, ਨਾ ਕੋਈ ਕਿਸੇ ਕਿਸਮ ਦੀਆਂ ਸ਼ਰਾਰਤਾਂ ਨੇ ਇਹਦੇ 'ਚ, ਵੀ ਇਹਨੂੰ ਤੁਸੀਂ ਸੰਭਾਲੋ ਜੀ, ਇਹਨੂੰ ਥੋੜਾ ਜਿਹਾ ਗਿਆਨ ਦੇਵੋ। ਉਹਨਾਂ ਕੋਲੇ ਛੱਡਤਾ ਜੀ ਸ਼ੇਖ ਰੁਕਨ ਆਲਮ ਮੁਲਤਾਨੀ। ਇਹ ਮੈਂ ਨਾਮ ਇਸ ਕਰਕੇ ਦੱਸ ਰਿਹਾ ਕਿ ਥੋੜਾ ਜੀ, ਇਹ ਉਹਨਾਂ ਕੋਲੇ ਰਹੇ ਜੀ, ਬਚਪਨ 'ਚ ਛੱਡ ਆਂਦੇ, ਉਹਨਾਂ ਕੋਲੇ ਰਹੇ, ਇਸਲਾਮੀ ਸਿੱਖਿਆ ਹਾਸਲ ਕਰਦੇ ਰਹੇ। ਜਦੋਂ ਇਹਨਾਂ ਦੀ ਉਮਰ ਜਵਾਨੀ 'ਚ ਆਈ ਤਾਂ ਇਹਨਾਂ ਦੇ ਜਿਹੜੇ ਪੀਰ ਮੁਰਸ਼ਦ ਜਿਨ੍ਹਾਂ ਕੋਲ ਇਹ ਛੱਡ ਕੇ ਆਇਆ ਸੀ ਰੁਕਨ ਆਲਮ ਸ਼ਾਹ ਮੁਲਤਾਨੀ, ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਸਦਰੁਦੀਨ, ਇਹਨਾਂ ਦਾ ਨਾਮ ਸ਼ੇਖ ਤਾਂ ਇਹਨਾਂ ਨੂੰ ਇੱਜ਼ਤ ਦੇ ਉਹਦੇ 'ਚ ਕਿਹਾ ਜਾਂਦਾ ਜੀ, ਕਿ ਸਦਰੁਦੀਨ ਭਾਈ ਤੂੰ ਮੁਕੰਮਲ ਹੋ ਗਿਆ, ਤੈਨੂੰ ਹੁਣ ਹੋਰ ਸਿੱਖਿਆ ਦੀ ਲੋੜ ਨਹੀਂ ਹੈ, ਤੂੰ ਹੁਣ ਅੱਗੇ ਜਾ ਕੇ ਸਿੱਖਿਆ ਦੇ, ਤੂੰ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰ ਜੀ, ਤੂੰ ਇਹ ਮੁਲਕ ਛੱਡ ਜਾ ਜੀ, ਕਿਸੇ ਹੋਰ ਥਾਂ ਜਾ। ਉਹਨਾਂ ਨੇ ਪਤਾ ਨਹੀਂ ਤਾਂ ਇਹਦੇ 'ਚ ਕੋਈ ਰੱਬੀ ਕਰਾਮਾਤ ਦੇਖੀ, ਪਤਾ ਨਹੀਂ ਕੋਈ ਹੋਰ ਚੀਜ਼ ਦੇਖੀ। ਉਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਕਿ ਤੂੰ ਜਾ ਕੇ ਪ੍ਰਚਾਰ ਕਰ ਜੀ। ਇਹ ਉੱਥੋਂ ਉਹਨਾਂ ਦੀ ਆਗਿਆ ਲੈ ਕੇ ਆਪਣੇ ਨਾਲ ਇੱਕ ਛੋਟਾ ਜਿਹਾ 35-40 ਬੰਦਿਆਂ ਦਾ ਵਫਦ ਲੈ ਕੇ ਇਹ ਅਫਗਾਨਿਸਤਾਨ ਤੋਂ ਚੱਲ ਪਏ ਜੀ, ਔਰ ਅਫਗਾਨਿਸਤਾਨ ਨੂੰ ਸਦਾ ਲਈ ਅਲਵਿਦਾ ਕਹਿ ਕੇ ਆ ਗਏ ਜੀ, ਕਿ ਮੈਂ ਹੁਣ ਚੱਲਿਆ ਔਰ ਜਿੱਥੇ ਜਾ ਕੇ ਮੇਰਾ ਟਿਕਾਣਾ ਬਣੂਗਾ ਮੈਂ ਉੱਥੇ ਰਹੂੰਗਾ। ਇਹ ਆ ਗਏ। ਆਉਣ ਤੋਂ ਬਾਅਦ ਹੁਣ ਸਟੋਰੀ ਇੱਧਰ ਸ਼ੁਰੂ ਹੁੰਦੀ ਹੈ ਕਿ ਉਹ ਅਫਗਾਨਿਸਤਾਨ ਕ੍ਰਾਸ ਕੀਤਾ, ਇੰਡੀਆ 'ਚ ਦਾਖਲ। ਉਸ ਟਾਈਮ ਭਾਰਤ ਇੰਡੀਆ ਜਿਹੜਾ ਸੀਗਾ ਉਹ ਇੰਡੀਆ ਪਾਕਿਸਤਾਨ ਇੱਕੋ ਹੀ ਸੀਗਾ। ਹਾਂ, ਅਫਗਾਨਿਸਤਾਨ ਨਾਲ ਹੀ ਸਾਰਾ, ਅਫਗਾਨਿਸਤਾਨ ਨਾਲ ਲੱਗਦਾ ਸੀਗਾ। ਤਾਂ ਜਦੋਂ ਅੱਜ ਦੇ ਪਾਕਿਸਤਾਨ 'ਚ ਐਂਟਰ ਕੀਤੇ ਤਾਂ ਇੰਡੀਆ 'ਚ ਐਂਟਰ ਕਰ ਗਏ, ਇੱਕੋ ਹੀ ਗੱਲਬਾਤ ਜੀ। ਉਦੋਂ ਇਹ ਹੁੰਦਾ ਸੀ ਜਦੋਂ ਕੋਈ ਅਫਗਾਨਿਸਤਾਨ ਵੱਲ ਤੋਂ ਦਿੱਲੀ ਵੱਲ ਨੂੰ ਆਉਂਦਾ ਸੀਗਾ ਤਾਂ ਉਹ ਸਤਲੁਜ ਦਰਿਆ ਜਿਹੜਾ ਹੈ ਉਹ ਕ੍ਰਾਸ ਕਰਕੇ ਉਹਨੂੰ ਰਾਤ ਹੋ ਜਾਂਦੀ ਸੀ ਤਾਂ ਪੜਾਓ ਉੱਥੇ ਕਰਦਾ ਸੀ ਆ ਕੇ ਉਹ ਜੀ, ਸਤਲੁਜ ਕ੍ਰਾਸ ਕਰਕੇ। ਇੱਥੇ ਕੋਟਲੇ ਦੇ ਲਾਗੇ ਮਲੇਰਕੋਟਲੇ ਦੇ ਨਾਲ ਇੱਕ ਕਸਬਾ ਪੈਂਦਾ, ਉਹਦਾ ਨਾਮ ਹੈ ਭੁਮਸੀ। ਕੀ ਜੀ? ਭੁਮਸੀ। ਭੁਮਸੀ। ਭੁਮਸੀ ਜਿਹੜਾ ਕਸਬਾ ਸੀ ਉਸ ਵੇਲੇ ਆਬਾਦ ਸੀਗਾ ਜੀ, ਪਹਿਲਾਂ ਦਾ ਹੀ ਸੀਗਾ ਉਹ ਕਸਬਾ ਜੀ। ਤਾਂ ਇਹ ਜਦੋਂ ਆਏ ਆ ਕੇ ਸਤਲੁਜ ਦਰਿਆ ਜਿਹੜਾ ਸੀਗਾ ਭੁਮਸੀ ਤੋਂ ਥੋੜ੍ਹੇ ਜਿਹੇ ਫਾਸਲੇ 'ਤੇ ਹੀ ਬਹਿੰਦਾ ਸੀਗਾ, ਜਿਹੜਾ ਅੱਜ ਲੁਧਿਆਣਾ ਕ੍ਰਾਸ ਕਰਕੇ ਦਿਸ਼ਾ ਬਦਲ ਗਿਆ, ਉਹ ਦਿਸ਼ਾ ਬਦਲ ਗਿਆ। ਉਸ ਵੇਲੇ ਭੁਮਸੀ ਦੇ ਲਾਗੇ ਸੀਗਾ। ਤਾਂ ਸ਼ੇਖ ਸਦਰੁਦੀਨ ਦਾ ਜਦੋਂ ਕਾਫਲਾ ਪਹੁੰਚਿਆ ਤਾਂ ਉਹ ਵੀ ਭੁਮਸੀ ਆ ਗਏ ਜੀ। ਉਹਨਾਂ ਨੇ ਉੱਥੇ ਆ ਕੇ ਰਾਤ ਕੱਟਣ ਵਾਸਤੇ ਪੜਾਅ ਕੀਤਾ, ਰੁਕੇ। ਉਹ ਸਤਲੁਜ ਕ੍ਰਾਸ ਕਰਨ ਤੇ ਪੜਾਅ ਕਰਨ ਦਾ ਮਤਲਬ ਇੱਕ ਹੋਰ ਵੀ ਹੁੰਦਾ ਹੈ, ਜਿੱਥੇ ਪਾਣੀ ਹੁੰਦਾ ਨੇੜੇ ਉੱਥੇ ਪੜਾਅ ਕਰਿਆ ਹੋਇਆ, ਤੇ ਥੋੜ੍ਹੀ ਬਹੁਤ ਜਿੱਥੇ ਪਾਣੀ ਹੁੰਦਾ ਉੱਥੇ ਆਬਾਦੀ ਵੀ ਹੁੰਦੀ ਹੈ ਜੀ, ਇਸ ਕਰਕੇ ਸਹੂਲਤ ਹੋ ਜਾਂਦੀ ਹੈ। ਤਾਂ ਸ਼ੇਖ ਸਦਰੁਦੀਨ ਨੇ ਆਪਣਾ ਕਾਫਲਾ ਕਹਿੰਦੇ ਵੀ ਰਾਤ ਇੱਥੇ ਕੱਟਾਂਗੇ, ਰੁਕ ਗਏ ਉੱਥੇ, ਰਾਤ ਕੱਟੀ। ਤਾਂ ਸਵੇਰੇ ਸ਼ੇਖ ਸਾਹਿਬ ਕਹਿਣ ਲੱਗੇ ਆਪਣੇ ਜਿਹੜੇ ਨਾਲ ਮਰੀਜ਼ ਸੇ, ਕਹਿੰਦੇ ਵੀ ਦੇਖੋ ਆਲੇ ਦੁਆਲੇ ਥੋੜਾ ਜਿਹੀ ਜਗ੍ਹਾ ਕਹੀ ਜੀ ਹੈ, ਕੀ ਹੈ ਇੱਥੇ, ਥੋੜਾ ਜਾਇਜ਼ਾ ਤਾਂ ਲਵੋ ਜੀ। ਤਾਂ ਉਹਨਾਂ ਨੇ ਜਦੋਂ ਆ ਕੇ ਦੇਖਿਆ, ਘੁੰਮ ਘੁਮਾ ਕੇ ਵਾਪਸ ਗਏ। ਕਹਿੰਦੇ ਜੀ ਸ਼ੇਖ ਸਾਹਿਬ ਉੱਥੇ ਤਾਂ ਕਹਿੰਦੇ ਉਜੜੇ ਹੋਏ ਉਜਾੜਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਵੀ ਇੱਦਾਂ ਲੱਗਦਾ ਹੈ ਵੀ ਕਿਸੇ ਟਾਈਮ ਜਿੱਥੇ ਕੋਈ ਸ਼ਹਿਰ ਵੱਸਦਾ ਸੀ, ਪਰ ਹੁਣ ਤਾਂ ਖੰਡਰ ਹੀ ਖੰਡਰ ਨੇ ਚਾਰੋਂ ਪਾਸੇ, ਕੋਈ ਆਬਾਦੀ ਨਜ਼ਰ ਨਹੀਂ ਆ ਰਹੀ। ਇਹ ਕਿਹੜੇ ਸਨ ਦੀ ਗੱਲ ਹੋ ਸਕਦੀ ਹੈ? ਇਹ 1446 ਈਸਵੀ ਦੀ ਗੱਲ ਹੈ ਜੀ। ਠੀਕ ਆ, 1446 ਈਸਵੀ ਦੀ ਗੱਲ ਹੈ। ਉਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ
ਸੈਯਦ ਵੰਸ਼ ਦਾ ਰਾਜ ਚੱਲਦਾ ਸੀਗਾ। ਸੈਯਦ ਵੰਸ਼ ਜੀ। ਇਹ ਜਿਹੜੇ ਕਿ ਸੈਯਦ ਵੰਸ਼ ਸੀਗਾ, ਇਹ ਤੁਗਲਕਾਂ ਤੋਂ ਬਾਅਦ ਆਇਆ ਸੀ। ਤੁਗਲਕ ਵੰਸ਼ ਤੋਂ ਬਾਅਦ ਸੈਯਦ ਵੰਸ਼ ਆਇਆ ਸੀਗਾ। ਸੈਯਦ ਵੰਸ਼ ਦੇ ਵੀ ਜਿਹੜਾ ਉਸ ਟਾਈਮ ਹਿੰਦੁਸਤਾਨ ਦਾ ਦਿੱਲੀ ਦਾ ਸੁਲਤਾਨ ਸੀਗਾ ਜੀ, ਉਹ ਸੀ ਮੁਹੰਮਦ ਸ਼ਾਹ ਜੀ। ਮੁਹੰਮਦ ਸ਼ਾਹ ਦੇ ਦੌਰ ਦੀ ਗੱਲ ਹੈ ਜੀ, 1446 ਜੀ। ਤਾਂ 1446 ਦੇ ਵਿੱਚ ਉਹ ਆ ਕੇ ਰੁਕੇ ਜੀ। ਤਾਂ ਉਸ ਟਾਈਮ ਉਹਨਾਂ ਨੇ ਆ ਕੇ ਜਦੋਂ ਦੱਸੀ ਇਹ ਸਾਰੀ ਗੱਲ ਜੀ ਜੀ, ਤਾਂ ਉਹ ਦੱਸਣ ਤੋਂ ਬਾਅਦ ਜੀ ਉਹਨਾਂ ਨੇ ਸੋਚਿਆ ਵੀ ਜਾ ਕੇ ਦੇਖਦੇ ਹਾਂ। ਤਾਂ ਸ਼ੇਖ ਸਦਰੁਦੀਨ ਖੁਦ ਆਏ। ਆ ਕੇ ਜਦੋਂ ਦੇਖਿਆ ਤਾਂ ਜਿਹੜੀ ਥਾਂ ਤੇ ਆਪਾਂ ਖੜੇ ਆ ਜੀ, ਇਹ ਜਿਹੜੀ ਦਿਖ ਰਹੀ ਹੈ ਥਾਂ ਜੀ, ਇਹ ਬਹੁਤ ਉੱਚਾ ਖੰਡਰ ਸੀਗਾ। ਅੱਛਾ, ਖੰਡਰ ਸੀ ਇਹ? ਖੰਡਰ ਸੀ। ਇਦਾਂ ਲੱਗਦਾ ਸੀਗਾ ਜਿੱਦਾਂ ਉਰੇ ਕੋਈ ਬਿਲਡਿੰਗ ਢਹਿ ਹੋ ਚੁੱਕੀ ਹੋਵੇ ਔਰ ਉਸ ਤੋਂ ਬਾਅਦ ਉਰੇ ਕੋਈ ਆਇਆ ਹੀ ਨਾ ਹੋਵੇ ਜੀ। ਔਰ ਇਹਦੇ ਆਲੇ ਦੁਆਲੇ ਚਾਰੋਂ ਪਾਸੇ ਦੇਖਿਆ ਤਾਂ ਬਿਲਕੁਲ ਉਜਾੜ ਸੀ, ਕੋਈ ਬੰਦਾ ਨਹੀਂ ਸੀ, ਬੰਦੇ ਦਾ ਨਾਂ ਨਹੀਂ ਸੀ ਜੀ। ਤਾਂ ਪਤਾ ਨਹੀਂ ਕੀ ਦਿਖਿਆ ਸ਼ੇਖ ਸਾਹਿਬ ਨੂੰ ਆਹ ਥਾਂ ਤੇ ਜੀ। ਕਹਿੰਦੇ ਵੀ ਆਪਾਂ ਹੁਣ ਅੱਗੇ ਨਹੀਂ ਜਾਣਾ, ਇੱਥੇ ਹੀ ਰਹਾਂਗੇ। ਬਸ ਆਪਣਾ ਤਾਂ ਹੁਣ ਠਿਕਾਣਾ ਮਿਲ ਗਿਆ ਜੀ, ਆਪਾਂ ਤਾਂ ਇਹ ਖੰਡਰਾਂ 'ਚ ਹੀ ਰਹਾਂਗੇ ਜੀ। ਤਾਂ ਇਹ ਥਾਂ ਤੇ ਜਿੱਥੇ ਹੁਣ ਅੱਜ ਸ਼ੇਖ ਸਦਰੁਦੀਨ ਦਾ ਮਜ਼ਾਰ ਬਣਿਆ ਹੋਇਆ ਹੈ ਜੀ, ਇਹ ਕਾਫੀ ਉੱਚੀ ਥਾਂ ਸੀ। ਔਰ ਇੱਥੇ ਉਹਨਾਂ ਨੇ ਆਪਣੀ ਕੁੱਲੀ ਬਣਾਈ। ਕੁੱਲੀ ਬਣਾ ਕੇ ਇਹਦੇ 'ਚ ਹੀ ਰਹਿਣਾ ਸ਼ੁਰੂ ਕਰਤਾ। ਇਹਨਾਂ ਦੇ ਆਸ-ਪਾਸ ਜਿਹੜਾ ਉਹਨਾਂ ਦਾ ਕਾਫਲਾ ਵਫਦ ਆਇਆ ਸੀਗਾ 35-40 ਬੰਦਿਆਂ ਦਾ, ਉਹਨਾਂ ਨੇ ਰਹਿਣਾ ਸ਼ੁਰੂ ਕਰਤਾ। ਔਰ ਬਾਬਾ ਜੀ ਇਹਦੇ 'ਚ ਆਪਣੀ ਇਬਾਦਤ ਕਰਦੇ ਸੀਗੇ, ਰੱਬ ਕਰਦੇ ਸੀ, ਨਮਾਜ਼ ਪੜ੍ਹਦੇ ਸੀਗੇ ਜੀ। ਔਰ ਇੱਥੇ ਹੀ ਰਹਿੰਦੇ ਸੀਗੇ ਉਹ। ਤੇ ਉਹਨਾਂ ਨੇ ਫਿਰ ਇਹ ਤਾਂ ਹੋ ਗਈ ਉਹਨਾਂ ਦੀ ਰਿਹਾਇਸ਼ ਵਾਸਤੇ ਜੀ। ਇਹਨਾਂ ਦੇ ਬਰਾਬਰ ਹੀ ਉਹਨਾਂ ਨੇ ਇੱਕ ਮਸਜਿਦ ਬਣਾਈ ਸੀਗੀ ਜੀ। ਉਹ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਦੇ ਸੀਗੇ ਉਹ ਜੀ। ਤਾਂ ਇੱਥੇ ਰਿਹਾਇਸ਼ ਸੀ ਉਹਨਾਂ ਦੀ, ਇੱਥੇ ਉਹਨਾਂ ਦੀ ਰਿਹਾਇਸ਼ ਸੀਗੀ। ਤਾਂ ਹੌਲੀ ਹੌਲੀ ਬਾਬਾ ਜੀ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹਨਾਂ ਦੀਆਂ ਗੱਲਾਂ ਬਾਤਾਂ ਇੰਨੀਆਂ ਵਧੀਆ ਲੱਗੀਆਂ ਉਹਨਾਂ ਨੂੰ, ਇੰਨੀਆਂ ਅੱਛੀਆਂ ਲੱਗੀਆਂ ਲੋਕਾਂ ਨੂੰ। ਲੋਕਾਂ ਨੇ ਉਹਨਾਂ ਕੋਲੇ ਆਉਣਾ ਸ਼ੁਰੂ ਕਰਤਾ। ਕੋਈ ਭੁਮਸੀ ਦੇ ਇਲਾਕੇ 'ਚੋਂ, ਕੋਈ ਹੋਰ ਆਲੇ ਦੁਆਲੇ ਦੇ ਇਲਾਕਿਆਂ 'ਚੋਂ ਲੋਕੀ ਬਾਬਾ ਜੀ ਕੋਲੇ ਆਉਣ ਲੱਗ ਗਏ। ਲੋਕ ਜੁੜਨੇ ਸ਼ੁਰੂ ਹੋ ਗਏ। ਤਾਂ ਜੁੜਨੇ ਸ਼ੁਰੂ ਹੋਏ। ਉਸ ਟਾਈਮ ਇਹ ਸਮਝ ਲਓ ਜਿਸ ਤਰ੍ਹਾਂ ਇੱਕ ਕਿਸੇ ਪੀਰ ਫਕੀਰ ਦੀ ਕੁਟੀਆ ਹੁੰਦੀ ਹੈ, ਉਹਦੇ 'ਚ ਲੋਕੀ ਆਉਣੇ ਸ਼ੁਰੂ ਹੋ ਜਾਂਦੇ ਨੇ ਜੀ। ਉਹ ਬਾਬਾ ਜੀ ਦੀਆਂ ਪ੍ਰੇਮ ਭਾਵਨਾ ਦੀਆਂ ਗੱਲਾਂ ਇੰਨੀਆਂ ਕੁ ਉਹਨਾਂ ਨੂੰ ਚੰਗੀਆਂ ਲੱਗਣ ਲੱਗੀਆਂ ਕਿ ਇਹਨਾਂ ਦਾ ਦੂਰ ਦੂਰ ਤੱਕ ਪ੍ਰਚਾਰ ਸ਼ੁਰੂ ਹੋ ਗਿਆ ਜੀ ਕਿ ਵੀ ਉੱਥੇ ਕੋਈ ਬੰਦਾ ਆ ਕੇ ਬੈਠਿਆ, ਕੁੱਲੀ ਪਾਈ ਹੈ, ਰੱਬ ਕਰਦਾ ਰਹਿੰਦਾ ਹੈ। ਜਦ ਕੋਈ ਉਹਦੇ ਕੋਲੇ ਬੰਦੇ ਇਕੱਠੇ ਹੁੰਦੇ ਨੇ ਤਾਂ ਉਹ ਇਸ ਤਰ੍ਹਾਂ ਦੀਆਂ ਵਧੀਆ ਵਧੀਆ ਗੱਲਾਂ ਦੱਸਦਾ ਵੀ ਉਹ ਤਾਂ ਉਹਦੇ 'ਚ ਤਾਂ ਕੋਈ ਫਰਕ ਹੀ ਨਹੀਂ ਨਜ਼ਰ ਆ ਰਿਹਾ, ਬੰਦਾ ਕਾਹਦਾ ਦਰਵੇਸ਼ ਹੈ ਉਹ ਤਾਂ ਜੀ। ਤਾਂ ਉਹ ਪ੍ਰਚਾਰ ਰਿਹਾ ਜਾਂ ਸ਼ੁਰੂ ਹੋਇਆ। ਉਸ ਤੋਂ ਬਾਅਦ ਲੰਗਰ ਸ਼ੁਰੂ ਹੋ ਗਿਆ ਜੀ ਬਾਬਾ ਜੀ ਦਾ ਜੀ। ਅੱਛਾ, ਲੋਕਾਂ ਨੇ ਬਾਬਾ ਜੀ ਕਹਿਣਾ ਸ਼ੁਰੂ ਕਰਤਾ। ਮੈਂ ਤਾਂ ਹੁਣ ਤੱਕ ਤੁਹਾਨੂੰ ਸ਼ੇਖ ਸਦਰੁਦੀਨ ਕਿਹਾ ਨਾ ਜੀ, ਤੇ ਹੁਣ ਜਦੋਂ ਲੋਕਾਂ ਨੇ ਬਾਬਾ ਜੀ ਸ਼ੁਰੂ ਕਰਨਾ ਤਾਂ ਮੈਨੂੰ ਵੀ ਬਾਬਾ ਜੀ ਕਹਿਣਾ ਪਊਗਾ। ਤਾਂ ਹੁਣ ਤੋਂ ਬਾਅਦ ਜੇ ਮੈਂ ਬਾਬਾ ਜੀ ਕਹਾਂ ਤਾਂ ਉਹਦਾ ਮਤਲਬ ਹੈ ਸ਼ੇਖ ਸਦਰੁਦੀਨ। ਮਤਲਬ ਲੋਕਾਂ ਦੀ ਜ਼ੁਬਾਨ ਹੀ ਫੜਨੀ ਪੈਣੀ ਹੈ ਨਾ ਜੀ। ਤਾਂ ਸ਼ੇਖ ਸਦਰੁਦੀਨ। ਤਾਂ ਸ਼ੇਖ ਸਦਰੁਦੀਨ ਨਾਲ ਅੱਗੇ ਇੱਕ ਜਿਹੜੀ ਕਰਾਮਾਤ ਹੋਈ, ਹੁਣ ਉਹਦਾ ਬਿਆਨ ਕਰਨ ਲੱਗਿਆ ਮੈਂ ਤਾਂ ਜੀ। ਇਹ ਜਿਹੜੀ ਗੱਲ ਸੀਗੀ ਜਦੋਂ ਬਾਬਾ ਜੀ ਆ ਕੇ ਉਰੇ ਠਹਿਰੇ ਜੀ, ਉਦੋਂ ਇਹ ਕੁਝ ਨਹੀਂ ਸੀਗਾ। ਤਾਂ ਇਹਦੀ ਵੀ ਥੋੜੀ ਜਿਹੀ ਹਿਸਟਰੀ ਦੱਸਵਾਂ ਵੀ ਉਹ ਪਹਿਲਾਂ ਜਿਹੜੇ ਖੰਡਰ ਸੀਗੇ ਉਹ ਕਾਹਦੇ ਖੰਡਰ ਸੀਗੇ ਜੀ, ਕੀ ਸੀਗਾ ਉਹ ਸੀਗਾ ਇਤਿਹਾਸ ਇਹ ਦੱਸਦਾ ਹੈ। ਉਹਦੇ 'ਚ ਕੁਝ ਲੋਕ ਵੀ ਇਹ ਦੱਸਦੇ ਨੇ ਵੀ ਕਿਸੇ ਟਾਈਮ ਇਸ ਥਾਂ ਤੇ ਇੱਕ ਸ਼ਹਿਰ ਆਬਾਦ ਸੀਗਾ। ਅੱਛਾ, ਉਹ ਸ਼ਹਿਰ ਜਿਹੜਾ ਸੀਗਾ ਉਹ ਰਾਜਾ ਮਲਹੇਰ ਸਿੰਘ ਨੇ ਵਸਾਇਆ ਸੀਗਾ ਇਸ ਥਾਂ ਤੇ। ਰਾਜਾ ਮਲਹੇਰ ਸਿੰਘ ਕੌਣ ਸੀ? ਰਾਜਾ ਮਲਹੇਰ ਸਿੰਘ ਜਿਹੜਾ ਸੀਗਾ ਉਹ ਰਾਜਾ ਭੀਮ ਸੈਨ ਦੇ ਵੰਸ਼ ਦੇ ਵਿੱਚੋਂ ਸੀਗਾ। ਭੀਮ ਸੈਨ ਦੇ ਵੰਸ਼, ਉਹਦੇ ਵੰਸ਼ ਚੋਂ, ਉਹਦੀ ਔਲਾਦ ਦੇ ਵਿੱਚੋਂ ਸੀ ਜੀ। ਤੇ ਮਲਹੇਰ ਸਿੰਘ ਉਹਦਾ ਨਾਂ ਸੀ। ਔਰ ਉਹਨੇ ਜਿਹੜਾ ਇਹ ਸ਼ਹਿਰ ਵਸਾਇਆ ਸੀ, ਕਸਬਾ, ਇਹਦਾ ਨਾਮ ਉਹਨੇ ਮਲਹੇਰਗੜ੍ਹ ਰੱਖਿਆ ਸੀਗਾ। ਮਲਹੇਰਗੜ੍ਹ। ਉਹ ਜਿਹੜਾ ਉਜੜਿਆ ਸੀਗਾ, ਉਹਦੀ ਹਕੂਮਤ ਉੱਥੋਂ ਖਤਮ ਹੋ ਗਈ। ਕੀ ਹੋਇਆ ਇਹਦੇ ਬਾਰੇ ਪਤਾ ਨਹੀਂ ਹੈ ਵੀ ਮਤਲਬ ਖੰਡਰ ਜਦੋਂ ਬਾਬਾ ਜੀ ਆ ਕੇ ਰੁਕੇ ਉਰੇ ਸ਼ੇਖ ਸਦਰੁਦੀਨ ਤਾਂ ਖੰਡਰ ਸੀਗੇ। ਉਹ ਖੰਡਰ ਜਿਹੜੇ ਸੀਗੇ ਉਹ ਮਲਹੇਰਗੜ੍ਹ ਦੇ ਖੰਡਰ ਸੀਗੇ ਜੀ। ਤਾਂ ਹੌਲੀ ਹੌਲੀ ਜਦੋਂ ਸ਼ੇਖ ਸਦਰੁਦੀਨ ਕੋਲੇ ਲੋਕ ਜੁੜਨੇ ਸ਼ੁਰੂ ਹੋ ਗਏ
ਉਹ ਮਲਹੇਰਗੜ੍ਹ ਤਾਂ ਭੁੱਲ ਗਏ, ਮਲਹੇਰਗੜ੍ਹ ਤੋਂ ਮਲੇਰ ਹੋ ਗਿਆ। ਮਲਹੇਰਗੜ੍ਹ ਤੋਂ ਮਲੇਹਰ ਨਾਂ ਵਿਗੜ ਗਿਆ। ਮਲਹੇਰ ਤੋਂ ਮਲੇਰ ਬਣ ਗਿਆ, ਗੜ੍ਹ ਤਾਂ ਚੱਕਿਆ ਹੀ ਗਿਆ। ਹਾਂ, ਮਲਹੇਰ ਉਹਦਾ ਨਾਮ ਸੀਗਾ, ਮਲਹੇਰਗੜ੍ਹ। ਮਲਹੇਰ ਤੋਂ ਮਲੇਰ, ਉਹ ਜਿਹੜਾ ਵਿਚਾਲਾ ਹਾਹਾ ਸੀਗਾ ਉਹ ਵੀ ਉੜ ਗਿਆ। ਹਾਹਾ ਚੱਕਤਾ, ਹਾਹਾ ਚੱਕਤਾ, ਮਲੇਰ ਬਣ ਗਿਆ। ਲੋਕਾਂ ਨੇ ਚੱਕਤਾ, ਲੋਕਾਂ ਨੇ ਮਲੇਰ ਕਹਿਣਾ ਸ਼ੁਰੂ ਕਰਤਾ ਜੀ। 1446 ਈਸਵੀ 'ਚ ਸ਼ੁਰੂ ਹੋਇਆ ਕੰਮ ਇਹ ਮਲਹੇਰਗੜ੍ਹ ਤੋਂ ਮਲੇਰ ਬਣ ਗਿਆ ਜੀ। ਕਿ ਸ਼ੇਖ ਸਦਰੁਦੀਨ ਕਿੱਥੇ ਬੈਠੇ ਨੇ ਜੀ? ਮਲੇਰ 'ਚ ਬੈਠੇ ਨੇ। ਮਲਹੇਰ ਤੋਂ ਮਲੇਰ ਹੋ ਗਿਆ ਜੀ। ਪਤਾ ਨਹੀਂ ਤਾਂ ਲੋਕਾਂ ਨੂੰ ਕਹਿਣਾ ਸੌਖਾ ਸੀਗਾ, ਪਤਾ ਨਹੀਂ ਲੋਕਾਂ ਦੀ ਉਸ ਟਾਈਮ ਜ਼ੁਬਾਨ ਤੇ ਨਹੀਂ ਚੜ੍ਹਦਾ ਸੀਗਾ। ਉਹ ਮਲਹੇਰ ਤੋਂ ਮਲੇਰ ਬਣ ਗਿਆ ਜੀ ਇਹ ਮੈਂ ਹਿਸਟਰੀ ਇਸ ਕਰਕੇ ਦੱਸਣ ਲੱਗਿਆ ਕਿ ਮਲੇਰ ਦਾ ਅਰਥ ਕੀ ਹੈ, ਮਲੇਰ ਕਿੱਥੋਂ ਆਇਆ ਜੀ। ਇਹ ਮਲਹੇਰ ਤੋਂ ਮਲੇਰ ਆਇਆ ਜੀ। 1446 'ਚ ਹੋ ਗਿਆ। ਹੁਣ 1451 ਈਸਵੀ ਦੇ ਵਿੱਚ ਜੀ ਅਫਗਾਨਿਸਤਾਨ ਤੋਂ ਚੜ੍ਹਾਈ ਕਰਕੇ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਬਹਿਲੋਲ ਲੋਧੀ ਆ ਗਿਆ। ਬਹਿਲੋਲ ਲੋਧੀ, ਉਹ ਲੋਧੀ ਚੜ੍ਹਾਈ ਕਰਕੇ ਆ ਗਿਆ। ਤਾਂ ਉਹ ਜਦ ਚੜ੍ਹਾਈ ਕਰਕੇ ਆ ਗਿਆ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਤਲੁਜ ਕ੍ਰਾਸ ਕਰਕੇ ਪੜਾਅ ਹੁੰਦਾ ਸੀਗਾ ਤੇ ਉਹਦਾ ਪੜਾਅ ਵੀ ਇੱਥੇ ਹੀ ਹੋਇਆ, ਭੂਮਸੀ ਨਾਮਕ ਸਥਾਨ ਤੇ। ਤਾਂ ਉਹ ਇੱਥੇ ਆ ਕੇ ਜਦੋਂ ਰੁਕਿਆ, ਉਹ ਤਾਂ ਹੁਣ ਸ਼ਹਿਨਸ਼ਾਹ ਸੀ, ਇੱਕ ਤਰ੍ਹਾਂ ਦਾ ਰਾਜਾ ਸੀਗਾ ਜੀ। ਫੌਜ ਲੈ ਕੇ ਆਇਆ ਸੀ, ਫੌਜ ਦੀ ਚੜ੍ਹਾਈ ਕਰਕੇ ਆਇਆ ਸੀਗਾ, ਦਿੱਲੀ ਨੂੰ ਫਤਿਹ ਕਰਨ ਵਾਸਤੇ ਆਇਆ ਸੀਗਾ। ਤਾਂ ਇੱਥੇ ਜਦੋਂ ਉਹਨੇ ਰਾਤ ਕੱਟੀ, ਉਹਨੂੰ ਪਤਾ ਲੱਗਿਆ ਕਿ ਇੱਥੇ ਕੋਈ ਨੇੜੇ ਤੇੜੇ ਦਰਵੇਸ਼ ਰਹਿੰਦਾ। ਬਹਿਲੋਲ ਲੋਧੀ ਨੂੰ ਪਤਾ ਲੱਗਿਆ ਵੀ ਕੋਈ ਦਰਵੇਸ਼ ਰਹਿੰਦਾ ਇੱਥੇ। ਉਹਨੇ ਉਹ ਵੀ ਅੱਗੇ ਥੋੜਾ ਜਿਹਾ ਇਹੋ ਜਿਹਾ ਹੀ ਥਾ, ਦਰਵੇਸ਼ਾਂ ਨੂੰ ਮੰਨਣ ਵਾਲਾ ਸੀ ਜੀ। ਵੈਸੇ ਤਾਂ ਰਾਜਾ ਥਾ, ਪਰ ਉਹਦਾ ਦਿਮਾਗ ਜਿਹੜਾ ਥਾ ਉਹ ਦਰਵੇਸ਼ੀ ਕਿਸਮ ਦਾ ਸੀਗਾ। ਉਹ ਕਹਿੰਦਾ ਲੈ ਵੀ ਆਪਾਂ ਜਾਂਦੇ ਜਾਂਦੇ ਦਰਵੇਸ਼ ਨੂੰ ਵੀ ਮਿਲ ਚੱਲਦੇ ਹਾਂ, ਹੋ ਸਕਦੇ ਇਹਦੀ ਹੀ ਕੋਈ ਸ਼ੀਸ਼ ਲੈ ਕੇ ਚੱਲੀਏ ਆਪਾਂ ਦਿੱਲੀ ਫਤਿਹ ਕਰਨ ਵਾਸਤੇ। ਤਾਂ ਉਹ ਸ਼ੇਖ ਸਾਹਿਬ ਕੋਲ ਇੱਥੇ ਕੁੱਲੀ 'ਚ ਮਿਲਣ ਵਾਸਤੇ ਆਇਆ ਜੀ। ਤਾਂ ਉਹਨੂੰ ਦੱਸਿਆ ਕਿ ਭਾਈ ਬਹਿਲੋਲ ਲੋਧੀ ਮਿਲਣਾ ਚਾਹੁੰਦਾ ਤੁਹਾਨੂੰ। ਹੁਣ ਉਹ ਕਹਿੰਦਾ ਜੀ ਮੇਰੇ ਕੰਨੀ ਉਹਦਾ ਸਾਰੇ ਰੱਬ ਦੇ ਬੰਦੇ ਨੇ, ਕਿਹੜਾ ਬਹਿਲੋਲ ਲੋਧੀ ਮੈਂ ਤਾਂ ਜਾਣਦਾ ਨਹੀਂ ਹਾਂ, ਜਿਹੜਾ ਮਿਲਣਾ ਆਉਂਦਾ ਮਿਲਾ ਦਿਓ ਜੀ। ਤਾਂ ਉਹ ਆ ਕੇ ਬੈਠਿਆ, ਗੱਲਬਾਤ ਹੋਈ, ਗੱਲਾਂ ਬਾਤਾਂ ਤੋਂ ਉਹ ਵੀ ਕਾਫੀ ਮੁਤਾਸਰ ਹੋਇਆ ਜੀ। ਮੁਤਾਸਰ ਹੋ ਕੇ ਉਹ ਰਹਿ ਨਹੀਂ ਸਕਿਆ, ਉਹਨੇ ਆਪਣੀ ਜਿਹੜੀ ਦਿਲ ਦੀ ਭਾਵਨਾ ਸੀ ਉਹ ਦੱਸਦਾ ਕਿ ਜੀ ਮੇਰਾ ਤਾਂ ਮਕਸਦ ਇਹ ਹੈ, ਮੈਂ ਅਫਗਾਨਿਸਤਾਨ ਤੋਂ ਆਇਆ ਚੱਲ ਕੇ। ਉਹ ਕਹਿੰਦੇ ਭਾਈ ਆਇਆ ਤਾਂ ਮੈਂ ਵੀ ਅਫਗਾਨਿਸਤਾਨ ਤੋਂ ਹੀ ਹਾਂ, ਮੈਂ ਕਿਹੜਾ ਇੱਥੇ ਦਾ, ਮੈਂ ਵੀ ਅਫਗਾਨਿਸਤਾਨ ਤੋਂ ਹੀ ਆਇਆ ਹੋਇਆ ਜੀ। ਤਾਂ ਕਹਿੰਦੇ ਇਹ ਤੁਸੀਂ ਵੀ ਅਫਗਾਨਿਸਤਾਨ, ਪਰ ਮੈਂ ਤਾਂ ਤੁਹਾਨੂੰ ਆਪਣੀ ਇਹ ਦਿਲੀ ਭਾਵਨਾ ਹੈ ਦੱਸਣ ਲੱਗਿਆ। ਮੈਂ ਤਾਂ ਦਿੱਲੀ ਫਤਿਹ ਕਰਨ ਵਾਸਤੇ ਉਸ ਇਰਾਦੇ ਨਾਲ ਆਇਆ ਤੇ ਮੇਰੇ ਹੱਕ 'ਚ ਦੁਆ ਕਰੋ ਜੀ ਵੀ ਮੈਂ ਜਾ ਕੇ ਦਿੱਲੀ ਫਤਿਹ ਕਰ ਲਵਾਂ ਵੀ ਇੰਨੀ ਕੁ ਮੇਰੇ ਹੱਕ 'ਚ ਤੁਸੀਂ ਦਰਵੇਸ਼ ਹੋ, ਦੁਆ ਕਰੋ ਜੀ। ਉਹ ਕਹਿੰਦੇ ਭਾਈ ਮੈਂ ਤਾਂ ਸਾਰਿਆਂ ਵਾਸਤੇ ਦੁਆ ਕਰਦਾ ਵੀ ਜੇ ਤੇਰਾ ਇਰਾਦਾ ਨੇਕ ਹੈ ਤਾਂ ਤੂੰ ਫਤਿਹ ਕਰੇਗਾ ਜੀ। ਪਰ ਇੱਕ ਚੀਜ਼ ਹੈ ਵੀ ਇਸ ਤਰ੍ਹਾਂ ਫਤਿਹ ਕਰਨ ਦੇ ਵਿੱਚ ਖੂਨ ਖਰਾਬਾ ਬਹੁਤ ਹੁੰਦਾ। ਸਹੀ ਆ ਵੀ ਖੂਨ ਖਰਾਬਾ ਕਰਨ ਤੋਂ ਬਚੀ ਥੋੜਾ ਜਿਹਾ, ਔਰ ਤੂੰ ਫਤਿਹ ਕਰੇਗਾ ਜੀ। ਠੀਕ ਹੈ ਜੀ, ਹਾਂਜੀ। ਉਹ ਆਸ਼ੀਰਵਾਦ ਲੈ ਕੇ ਇੱਥੋਂ ਚੱਲ ਪਿਆ। ਇੱਥੇ ਆ ਕੇ ਥੋੜਾ ਜਿਹਾ ਇੱਕ ਮੁਗਾਲਤਾ ਪੈਂਦਾ ਹੈ। ਕੁਛ ਰਾਈਟਰ ਤਾਂ ਇਸ ਨੂੰ ਇਹ ਲਿਖਦੇ ਨੇ ਕਿ ਉਹ ਬਹਿਲੋਲ ਲੋਧੀ ਜਾਂਦਾ ਹੋਇਆ ਸ਼ੇਖ ਸਦਰੁਦੀਨ ਨੂੰ ਦਿੱਲੀ ਨਾਲ ਹੀ ਲੈ ਗਿਆ। ਕੁਛ ਰਾਈਟਰ ਇਹ ਦੱਸਦੇ ਨੇ ਕਿ ਨਹੀਂ, ਉਹ ਇਹਨਾਂ ਦਾ ਆਸ਼ੀਰਵਾਦ ਲੈ ਕੇ ਚਲਾ ਗਿਆ, ਇਕੱਲਾ ਹੀ ਗਿਆ, ਆਪਣੀ ਫੌਜ ਦੇ ਸਮੇਤ ਗਿਆ ਕਿ ਸ਼ੇਖ ਸਦਰੁਦੀਨ ਨੂੰ ਨਾਲ ਨਹੀਂ ਲੈ ਕੇ ਗਿਆ ਜੀ। ਹੁਣ ਆਪਾਂ ਇਸ ਵਿਵਾਦ 'ਚ ਪੈਣਾ ਨਹੀਂ ਹੈ, ਸ਼ੇਖ ਸਦਰੁਦੀਨ ਨੂੰ ਨਾਲ ਲੈ ਕੇ ਗਿਆ ਜਾਂ ਇੱਥੋਂ ਹੀ ਆਸ਼ੀਰਵਾਦ ਲੈ ਕੇ ਚਲਾ ਗਿਆ ਜੀ, ਇਹਦੇ ਬਾਰੇ ਆਪਾਂ ਕੋਈ ਗੱਲ ਨਹੀਂ। ਮਸਲਾ ਇਹ ਹੈ ਕਿ ਉਹ ਸ਼ੇਖ ਸਦਰੁਦੀਨ ਨਾਲ ਗੱਲਬਾਤ ਕਰਕੇ ਗਿਆ ਜੀ, ਆਸ਼ੀਰਵਾਦ ਲੈ ਕੇ ਗਿਆ ਇਹਨਾਂ ਦਾ। ਤਾਂ ਅੱਗੇ ਮਾਮਲਾ ਕੀ ਹੋਇਆ ਜੀ? ਅੱਗੇ ਇਹ ਮਾਮਲਾ ਹੋਇਆ ਕਿ ਦਿੱਲੀ ਜਿਹੜਾ ਉਸ ਟਾਈਮ ਮੁਹੰਮਦ ਸ਼ਾਹ ਆਖਰੀ ਹੁਕਮਰਾਨ ਸੈਯਦ ਵੰਸ਼ ਦਾ ਰਾਜ ਕਰਦਾ ਸੀਗਾ ਜੀ। ਉਸ ਨੂੰ ਜਦ ਪਤਾ ਲੱਗਿਆ ਕਿ ਬਹਿਲੋਲ ਲੋਧੀ ਅਫਗਾਨਿਸਤਾਨ ਤੋਂ ਚੜ੍ਹਾਈ ਕਰਕੇ ਆ ਰਿਹਾ ਔਰ ਦਿੱਲੀ ਦੇ ਨੇੜੇ ਤੇੜੇ ਪਹੁੰਚਣ ਵਾਲਾ, ਉਹਦੀ ਜਿਹੜੀ ਹਕੂਮਤ ਸੀ ਉਹ ਪਹਿਲਾਂ ਹੀ ਡਾਵਾਡੋਲ ਸੀਗੀ ਜੀ। ਸੰਭਾਲਿਆ ਉਹਦੇ ਕੋਲੋਂ ਜਾ ਨਹੀਂ ਰਿਹਾ ਸੀਗਾ, ਮਾਹੌਲ ਬਹੁਤ ਵਿਗੜ ਚੁੱਕਿਆ ਸੀਗਾ। ਤਾਂ ਉਸ ਨੇ ਕੀ ਕੀਤਾ ਕਿ ਉਹ ਫੌਜ ਲੈ ਕੇ ਆ ਰਿਹਾ, ਮੇਰੇ ਕੋਲੇ ਉਹ ਜਿਹਾ ਇੰਤਜ਼ਾਮ ਨਹੀਂ, ਇੰਨੀ ਛੇਤੀ ਨਾ ਮੈਂ ਕੁਝ ਕਰ ਸਕਦਾ। ਉਹਨੇ ਡਰਦੇ ਹੋਏ ਨੇ ਦਿੱਲੀ ਛੱਡ ਕੇ ਭੱਜ ਗਿਆ ਉਹ। ਅੱਛਾ।
ਹੁਣ ਇਹਦੇ 'ਚ ਚਾਹੇ ਤਾਂ ਤੁਸੀਂ ਸ਼ੇਖ ਸਦਰੁਦੀਨ ਦੀ ਕਰਾਮਾਤ, ਉਹਨੇ ਕਿਹਾ ਬਹਿਲੋਲ ਲੋਧੀ ਨੂੰ ਕਿ ਖੂਨ ਖਰਾਬਾ ਨਾ ਕਰੀ, ਹਾਂ ਉਹ ਗੱਲ ਵੀ ਵਿੱਚ ਆਉਂਦੀ ਹੈ, ਉਹ ਗੱਲ ਵੀ ਵਿੱਚ ਆਉਂਦੀ ਹੈ। ਉਹਦੇ 'ਚ ਹੁਣ ਇਹ ਸਮਝ ਲਾਂਗੇ ਕਿ ਸ਼ਾਇਦ ਉਸ ਕਰਕੇ ਖੂਨ ਖਰਾਬਾ, ਪਰ ਜੋ ਵੀ ਹੈ ਉਹ ਜਾ ਕੇ ਉਹਨੂੰ ਦਿੱਲੀ 'ਚ ਕੁਝ ਵੀ ਕਰਨਾ ਨਹੀਂ ਪਿਆ, ਬਗੈਰ ਖੂਨ ਖਰਾਬੇ ਤੇ ਉਹ ਦਿੱਲੀ ਸਲਤਨਤ ਦਾ ਮਾਲਕ ਬਣ ਗਿਆ ਜੀ। ਬਹਿਲੋਲ ਲੋਧੀ ਤੋਂ ਉਹ ਸੁਲਤਾਨ ਬਹਿਲੋਲ ਲੋਧੀ ਹੋ ਗਿਆ, ਪੂਰੇ ਹਿੰਦੁਸਤਾਨ ਦਾ ਉਹ ਸ਼ਹਿਨशाह ਹੋ ਗਿਆ ਜੀ, ਸ਼ਹਿਨशाह ਬਹਿਲੋਲ ਲੋਧੀ ਜੀ। ਸ਼ੇਖ ਸਦਰੁਦੀਨ ਦੀ ਦੁਆ ਕਹਿ ਲਓ, ਜੋ ਮਰਜ਼ੀ ਕਹਿ ਲਓ, ਬਹਿਲੋਲ ਲੋਧੀ ਹਿੰਦੁਸਤਾਨ ਦਾ ਸ਼ਹਿਨशाह ਬਣ ਗਿਆ। ਕੁਝ ਸਮੇਂ ਬਾਅਦ ਉਹ ਭੁੱਲ ਭੁਲਾ ਗਿਆ ਲੋਧੀ, ਸ਼ਹਿਨशाह ਬਣ ਕੇ ਫਿਰ ਉਹ ਪੂਰੇ ਹਿੰਦੁਸਤਾਨ ਦਾ ਮਾਲਕ ਹੋ ਗਿਆ ਜੀ। ਫਿਰ ਛੋਟੀਆਂ ਛੋਟੀਆਂ ਗੱਲਾਂ ਕਿੱਥੇ ਯਾਦ ਰਹਿੰਦੀਆਂ ਨੇ, ਉਹ ਭੁੱਲ ਭੁਲਾ ਗਿਆ। ਉਸ ਤੋਂ ਬਾਅਦ ਕੀ ਹੋਇਆ, ਕੁਝ ਸਮੇਂ ਬਾਅਦ ਉਹ ਵਾਪਸ ਅਫਗਾਨਿਸਤਾਨ ਜਾਣਾ ਸੀ ਉਹਨੇ ਦਿੱਲੀ ਤੋਂ, ਤਾਂ ਵਾਪਸ ਜਾਣਾ ਸੀ। ਉਹਦੇ ਯਾਦ ਆਇਆ ਕਿ ਯਾਰ ਰਸਤੇ 'ਚ ਆਉਂਦੇ ਹੋਏ ਬਹਿਲੋਲ ਲੋਧੀ ਨੂੰ, ਮੈਨੂੰ ਯਾਨੀ ਕਿ ਸ਼ੇਖ ਸਦਰੁਦੀਨ ਨਾਲ ਮੁਲਾਕਾਤ ਹੋਈ ਸੀ ਸਤਲੁਜ ਦਰਿਆ 'ਤੇ ਕ੍ਰਾਸ ਕਰਨ ਤੋਂ ਬਾਅਦ, ਵੀ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ ਆ ਕੇ, ਜਿਹੜੀ ਮੈਨੂੰ ਇਹ ਹਕੂਮਤ ਨਸੀਬ ਹੋਈ ਹੈ, ਇਹ ਕਿਤੇ ਉਹੀ ਦੁਆ ਤਾਂ ਨਹੀਂ ਲੱਗੀ ਸੀ ਵੀ ਮੈਂ ਤਾਂ ਉਹਨਾਂ ਨੂੰ ਭੁੱਲੀ ਬੈਠਾ। ਤਾਂ ਉਹਨੇ ਇਰਾਦਾ ਕਰ ਲਿਆ ਕਿ ਵਾਪਸ ਜਾਂਦੇ ਹੋਏ ਉਹਨਾਂ ਨੂੰ ਮਿਲ ਕੇ ਜਾਊਂਗਾ, ਕਿਉਂਕਿ ਰਸਤਾ ਤਾਂ ਇਹੀ ਸੀਗਾ ਜੀ, ਵਾਪਸ ਅਫਗਾਨਿਸਤਾਨ ਜਾਣਾ ਸੀਗਾ ਤਾਂ ਰਸਤਾ ਇਹੀ ਸੀ। ਤਾਂ ਜਦੋਂ ਵਾਪਸ ਆਇਆ, ਆ ਕੇ ਉਹ ਫਿਰ ਸ਼ੇਖ ਸਦਰੁਦੀਨ ਨੂੰ ਮਿਲਿਆ, ਮਿਲ ਕੇ ਉਹਨੂੰ ਕਿਹਾ ਕਿ ਜੀ ਮੈਂ ਥੋੜ੍ਹਾ ਜਿਹਾ ਹਕੂਮਤ ਦੇ ਕੰਮਾਂ 'ਚ ਰੁੱਝ ਗਿਆ ਸੀਗਾ ਜੀ, ਟਾਈਮ ਨਹੀਂ ਮਿਲਿਆ, ਤੇ ਇਸ ਤਰ੍ਹਾਂ। ਉਹ ਕਹਿੰਦੇ ਭਾਈ ਠੀਕ ਹੈ, ਮੌਜ ਕਰ, ਮੈਨੇ ਕੀ ਲੈਣਾ, ਇਸ ਤਾਂ ਫਕੀਰ ਆਦਮੀ ਆ ਜੀ, ਫਕੀਰਾਂ ਨੇ ਕੀ ਲੈਣਾ ਜੀ। ਉਹ ਕਹਿੰਦੇ ਜੀ ਇੱਕ ਮੈਂ ਛੋਟੀ ਜੀ ਪੇਸ਼ਕਸ਼ ਕਰਨੀ ਹੈ, ਬੇਨਤੀ ਜੀ। ਉਹ ਕਹਿੰਦੇ ਦੱਸੋ ਜੀ। ਕਹਿੰਦੇ ਉਹ ਬੇਨਤੀ ਇਹ ਕਰਨੀ ਹੈ ਕਿ ਮੈਂ ਤੁਹਾਡੀ ਜਿਹੜੀ ਉਹ ਹੈ ਉਹਨੂੰ ਰਿਸ਼ਤੇਦਾਰੀ 'ਚ ਬਦਲਣਾ। ਕਹਿੰਦੇ ਵੀ ਕਿੱਦਾਂ? ਕਹਿੰਦੇ ਮੈਂ ਆਪਣੀ ਬੇਟੀ ਦੀ ਸ਼ਾਦੀ ਤੁਹਾਡੇ ਨਾਲ ਕਰਨੀ ਚਾਹ ਰਿਹਾ ਜੀ, ਸਦਰੁਦੀਨ ਜੀ ਨਾਲ, ਸਦਰੁਦੀਨ ਜੀ ਨਾਲ, ਤਾਂ ਇਹਨੂੰ ਤੁਸੀਂ ਇਨਕਾਰ ਨਾ ਕਰੀਏ। ਤਾਂ ਹੁਣ ਸ਼ੇਖ ਸਦਰੁਦੀਨ ਨੂੰ ਇੱਕ ਸ਼ਹਿਨशाह ਕਹਿ ਰਿਹਾ ਹੈ ਆਪਣੀ ਬੇਟੀ ਦੇ, ਫਿਰ ਜਾਇਜ਼ ਤਰੀਕੇ ਨਾਲ ਕਹਿ ਰਿਹਾ ਹੈ ਕਿ ਉਹਨੂੰ ਆਪਣੇ ਨਿਕਾਹ 'ਚ ਲੈ ਲਓ ਜੀ। ਸ਼ੇਖ ਸਦਰੁਦੀਨ ਨੇ ਹਾਂ ਕਰਤੀ। ਹਾਂ ਕੀਤੀ ਹੋਈ ਤਾਂ 1454 ਈਸਵੀ ਨੂੰ ਜੀ, 1454 ਈਸਵੀ 'ਚ ਜੀ ਸ਼ੇਖ ਸਦਰੁਦੀਨ ਦੀ ਜਿਹੜੀ ਸ਼ਾਦੀ ਹੈ ਜੀ, ਉਹ ਬਹਿਲੋਲ ਲੋਧੀ ਦੀ ਬੇਟੀ ਤਾਜ ਮੁਰੱਸਾ ਬੇਗਮ ਜੀ, ਉਹਦਾ ਨਾਮ ਸੀਗਾ ਜੀ, ਤਾਜ ਮੁਰੱਸਾ ਬੇਗਮ ਨਾਲ ਹੋਈ ਜੀ। ਉਹਨੇ ਬਹਿਲੋਲ ਲੋਧੀ ਨੇ ਆਪਣੀ ਬੇਟੀ ਨੂੰ ਦਾਜ ਦੇ ਵਿੱਚ, ਇਹ ਮਲੇਰਕੋਟਲੇ ਦਾ, ਇੱਕ ਹੁਣ ਮਲੇਰਕੋਟਲਾ ਕਹਿ ਰਿਹਾ, ਉਦੋਂ ਮਲੇਰ ਜੀ, ਇਹ ਮਲੇਰ ਦਾ ਸਾਰਾ ਇਲਾਕਾ ਜੀ, ਔਰ ਇਹਦੇ ਨਾਲ ਲੱਗਦੇ 56 ਪਿੰਡ ਔਰ 12 ਪਰਗਨੇ। ਪਰਗਨਾ ਮੇਰੇ ਹਿਸਾਬ ਨਾਲ ਤਾਂ ਕਸਬੇ ਨੂੰ ਕਿਹਾ ਜਾਂਦਾ ਜੀ, ਜਾਂ ਵੱਡੇ ਪਿੰਡ ਨੂੰ ਕਿਹਾ ਜਾਂਦਾ। 12 ਵੱਡੇ ਪਿੰਡ ਕਹਿ ਲਓ, ਕਸਬੇ ਕਹਿ ਲਓ, 56 ਛੋਟੇ ਪਿੰਡ, ਤੇ ਨਾਲ ਇਹ ਮਲੇਰ ਦੀ ਜਗੀਰ ਇਹ ਦਾਜ 'ਚ ਦਿੱਤੀ ਜੀ। ਦਾਜ 'ਚ ਦੇ ਕੇ ਨਾਲ ਉਹਨਾਂ ਨੇ ਸ਼ੇਖ ਸਦਰੁਦੀਨ ਨੂੰ ਇਸ ਇਲਾਕੇ ਦਾ ਜਗੀਰਦਾਰ ਮੁਕਰਰ ਕਰਤਾ ਜੀ, ਕਿ ਅੱਜ ਤੋਂ ਬਾਅਦ ਇਸ ਇਲਾਕੇ ਦੇ ਜਗੀਰਦਾਰ ਔਰ ਇਹ ਸਾਰੀ ਜ਼ਮੀਨਾਂ ਦੇ ਔਰ ਪਿੰਡਾਂ ਦੇ ਕਸਬਿਆਂ ਦੇ ਤੁਸੀਂ ਮਾਲਕ, ਔਰ ਜੋ ਕਰਨਾ ਤੁਹਾਨੇ ਕਰਨਾ। ਇਸ ਸ਼ੇਖ ਸਦਰੁਦੀਨ ਉਦੋਂ ਤੋਂ ਇਹ ਸਮਝ ਲਓ ਵੀ ਮਲੇਰ ਦਾ ਮੋਢਰ ਬੰਨਿਆ ਗਿਆ ਜੀ, ਮਲੇਰ ਦੀ ਨੀਂਹ ਪੱਥਰ ਰੱਖੀ ਗਈ, ਪੱਕਾ ਨਾਮ ਮਲੇਰ ਹੋ ਗਿਆ ਜੀ। ਤੇ ਇਸ ਦੇ ਉਹ ਜਗੀਰਦਾਰ ਥਾਪੇ ਗਏ ਜੀ, ਔਰ ਨਾਲ ਨਾਲ ਉਹਨਾਂ ਦਾ ਵਿਆਹ ਉਹਨਾਂ ਨਾਲ ਹੋ ਗਿਆ। ਦਾਜ 'ਚ 56 ਪਿੰਡ ਮਿਲ ਗਏ, ਤੇ ਸਮਝ ਲਓ ਕਿ ਇੱਕ ਪੀਰ ਫਕੀਰ ਦਰਵੇਸ਼ ਇੱਕਦਮ ਜੋ ਹੈ ਉਹ ਜਗੀਰਦਾਰ ਜਾਂ ਸ਼ਹਿਨशाह ਬਣ ਗਿਆ। ਔਰ ਇੱਥੇ ਹੀ ਬਸ ਨਹੀਂ, ਇਕੱਲੀ ਜਗੀਰਦਾਰੀ ਨਹੀਂ ਦਿੱਤੀ ਜੀ, ਨਾਲ ਨਾਲ ਇਹਨਾਂ ਨੂੰ ਇੱਕ ਖਿਤਾਬ ਦਿੱਤਾ ਜੀ, ਕਿਉਂਕਿ ਹੁਣ ਤਾਂ ਉਹ ਬਹਿਲੋਲ ਲੋਧੀ ਦੇ ਜਵਾਈ ਹੋ ਗਏ ਜੀ। ਉਹ ਖਿਤਾਬ ਦਿੱਤਾ ਸ਼ੇਖ ਸਦਰੁਦੀਨ ਸਦਰੇ ਜਹਾਂ। ਸਦਰੇ ਜਹਾਂ, ਸਦਰੇ ਜਹਾਂ ਹੁਣ ਕਿਹਨੂੰ ਕਿਹਾ ਜਾਂਦਾ? ਉਸ ਟਾਈਮ ਦਿੱਲੀ ਦਰਬਾਰ ਦੇ ਵਿੱਚ ਨਿਆਂ ਕਰਨ ਵਾਲਾ ਸਭ ਤੋਂ ਉੱਚ ਅਧਿਕਾਰੀ ਜਿਹੜਾ ਹੁੰਦਾ ਸੀ, ਉਹਨੂੰ ਸਦਰੇ ਜਹਾਂ ਕਿਹਾ ਜਾਂਦਾ ਹੈ ਜੀ। ਅੱਜ ਕੱਲ੍ਹ ਦੇ ਲਫ਼ਜ਼ਾਂ ਦੇ ਵਿੱਚ ਸਮਝਾਵਾਂ ਕਿ ਚੀਫ ਜਸਟਿਸ ਆਫ ਇੰਡੀਆ,
ਸੁਪਰੀਮ ਕੋਰਟ ਦਾ ਚੀਫ ਜਸਟਿਸ ਆਫ ਇੰਡੀਆ ਜੀ, ਉਹਦੀ ਬਰਾਬਰ ਪਾਵਰ ਉਹਦੀ ਸੀ ਬਰਾਬਰ ਉਸ ਨੂੰ ਇਹ ਕਿਹਾ ਜਾਂਦਾ ਸੀਗਾ ਜੀ। ਤਾਂ ਸ਼ੇਖ ਸਦਰੁਦੀਨ ਨੂੰ ਉਹ ਥਾਪਿਆ ਤਾਂ ਨਹੀਂ, ਉਹ ਇੱਕੋ ਜਿਵੇਂ ਕਹਿੰਦੇ ਹੁੰਦੇ ਖਿਤਾਬ ਦਿੱਤਾ। ਖਿਤਾਬ ਦਿੱਤਾ ਵੀ ਉਹਦੇ ਬਰਾਬਰ ਸਤਿਕਾਰ ਦਿੱਤਾ। ਸਤਿਕਾਰ ਦਿੱਤਾ ਤੇ ਉਹ ਇਹ ਸਤਿਕਾਰ ਕਿਸੇ ਨੂੰ ਦਿੱਤਾ ਜਾਂਦਾ ਹੁੰਦਾ ਸੀਗਾ ਉਸ ਜੀ। ਟਾਈਮ। ਤਾਂ ਸ਼ੇਖ ਸਦਰੁਦੀਨ ਨੂੰ ਉਹ ਸਤਿਕਾਰ ਦਿੱਤਾ ਗਿਆ ਜੀ। ਤਾਂ ਸ਼ੇਖ ਸਦਰੁਦੀਨ ਦੀ ਸ਼ਾਦੀ ਹੋ ਗਈ। ਉਸ ਤੋਂ ਬਾਅਦ ਇਹਨਾਂ ਦਾ ਇੱਕ ਬੇਟਾ ਪੈਦਾ ਹੋਇਆ ਜੀ। ਲੋਧੀ ਵੰਸ਼ ਦੇ ਉਹਦੇ ਚੋਂ ਜੀ ਜਿਹੜੀ ਸ਼ਾਦੀ ਹੋਈ ਤਾਜ ਮੁਰੱਸਾ ਬੇਗਮ ਨਾਲ ਜੀ। ਉਹ ਤੋਂ ਇੱਕ ਬੇਟਾ ਪੈਦਾ ਹੋਇਆ, ਉਹਦਾ ਨਾਮ ਇਹਨਾਂ ਨੇ ਰੱਖਿਆ ਸ਼ੇਖ ਹਸਨ। ਸ਼ੇਖ ਹਸਨ। ਤਾਂ ਸ਼ੇਖ ਹਸਨ ਜਿਹੜੇ ਸੀਗੇ ਉਹ ਸ਼ੇਖ ਸਦਰੁਦੀਨ ਦੇ ਸਭ ਤੋਂ ਵੱਡੇ ਪੁੱਤਰ ਨੇ। ਇਹ ਅੱਗੇ ਜਾ ਕੇ ਗੱਲ ਯਾਦ ਰੱਖਿਓ ਜੀ, ਹਿਸਟਰੀ 'ਚ ਅੱਗੇ ਕੰਮ ਆਏਗੀ ਇਹ ਗੱਲ ਜੀ। ਤੇ ਇਸ ਕਰਕੇ ਕਹਿ ਰਹੇ ਹਾਂ, ਫਿਰ ਅੱਗੇ ਜਾ ਕੇ ਆਸਾਨੀ ਹੋ ਜਾਊ ਸਮਝਣ ਦੇ ਵਿੱਚ ਜੀ। ਸ਼ੇਖ ਸਦਰੁਦੀਨ ਦੇ ਵੱਡੇ ਪੁੱਤਰ ਸ਼ੇਖ ਹਸਨ ਇਹ ਉਹ ਤੋਂ ਬਾਅਦ ਸ਼ੇਖ ਸਾਹਿਬ ਦੇ ਨੇ ਇੱਕ ਵਿਆਹ ਹੋਰ ਕਰਾਇਆ। ਉਹ ਜਿਹੜਾ ਵਿਆਹ ਕਰਾਇਆ ਉਹ ਕਪੂਰਥਲਾ ਸ਼ਹਿਰ ਹੈ ਆਪਣਾ ਜਿਹੜਾ ਜੀ। ਉਹ ਕਪੂਰਥਲੇ ਦੇ ਇੱਕ ਰਈਸ ਹੁੰਦੇ ਸੀਗੇ ਰਾਏ ਬਹਿਰਾਮ ਭੱਟੀ। ਰਾਏ ਬਹਿਰਾਮ ਭੱਟੀ ਕਪੂਰਥਲੇ ਦੇ ਬਹੁਤ ਵੱਡੇ ਰਈਸ ਸੀਗੇ ਜੀ। ਉਹਨਾਂ ਦੀ ਬੇਟੀ ਸੀ। ਉਹਨਾਂ ਨੇ ਰਿਸ਼ਤਾ ਭੇਜਿਆ ਤਾਂ ਸ਼ੇਖ ਸਦਰੁਦੀਨ ਨੇ ਉਹ ਕਬੂਲ ਕਰ ਲਿਆ ਜੀ। ਕਬੂਲ ਕਰਿਆ ਤਾਂ ਉਹ ਸ਼ਾਦੀ ਸ਼ੇਖ ਸਾਹਿਬ ਦੀ ਦੂਸਰੀ ਹੋ ਗਈ ਜੀ। ਦੂਸਰੀ ਸ਼ਾਦੀ ਤੋਂ ਇਹਨਾਂ ਦੇ ਦੋ ਬੇਟੇ ਪੈਦਾ ਹੋਏ ਜੀ। ਵੱਡੇ ਬੇਟੇ ਦਾ ਨਾਮ ਸ਼ੇਖ ਈਸਾ, ਛੋਟੇ ਬੇਟੇ ਦਾ ਨਾਮ ਸ਼ੇਖ ਮੂਸਾ। ਤਿੰਨ ਬੇਟੇ ਹੋ ਗਏ ਜੀ। ਇੱਕ ਬੇਟੀ ਪੈਦਾ ਹੋਈ ਇਹਨਾਂ ਦੀ। ਚਾਰ ਬੱਚੇ ਹੋ ਗਏ ਇਹਨਾਂ ਦੇ ਜੀ। ਤਿੰਨ ਬੇਟੇ ਇੱਕ ਬੇਟੀ। ਉਸ ਤੋਂ ਬਾਅਦ ਕੀ ਹੋਇਆ ਜੀ, ਸ਼ੇਖ ਸਦਰੁਦੀਨ ਨੇ ਜਾਗੀਰਦਾਰੀ ਜਿਹੜੀ ਹੈ ਉਹ ਵੀ ਚਲਾਉਂਦੇ ਰਹੇ, ਨਾਲ ਆਪਣਾ ਸੂਫੀ ਮਤ ਵੀ ਚਲਾਉਂਦੇ ਰਹੇ, ਪ੍ਰਚਾਰ ਪ੍ਰਸਾਰ ਵੀ ਕਰਦੇ ਰਹੇ ਜੀ। ਸਾਰਾ ਕੁਝ ਚੱਲਦਾ ਰਿਹਾ ਜੀ। ਇਹ ਚੱਲਦੇ ਬੱਚੇ ਉਡਾਰ ਹੋ ਗਏ, ਜਵਾਨ ਹੋ ਗਏ। ਜਵਾਨ ਹੋਏ ਤਾਂ 1515 ਈਸਵੀ ਜੀ 1446 ਚ ਆਏ ਜੀ। 1454 ਦੇ ਵਿੱਚ ਕੋਟਲਾ ਬੰਨਿਆ, ਮਲੇਰ ਦੀ ਨਹੀਂ ਰੱਖੀ, ਮਲੇਰ ਬਣਾਇਆ। ਤੇ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਜਿਹੜਾ ਭੁਮਸੀ ਇਲਾਕਾ ਸੀਗਾ ਉਸ ਨੂੰ ਵੀ ਮਲੇਰ 'ਚ ਮਿਲਾ ਲਿਆ, ਸ਼ਾਮਲ ਕਰ ਲਿਆ ਜੀ। ਉਹ ਵੀ ਮਲੇਰ ਦਾ ਹੀ ਹਿੱਸਾ ਹੋ ਗਿਆ ਜੀ। ਹੁਣ ਤੱਕ ਜਿਹੜਾ ਬਾਹਰ ਸੀਗਾ ਉਹ ਮਲੇਰ ਦਾ ਹਿੱਸਾ ਬਣ ਗਿਆ। ਇਹ ਲਗਭਗ 1460-61 ਦੀ ਗੱਲ ਹੈ ਜੀ। 15ਵੀਂ ਸਦੀ 1446 ਤਾਂ ਆਏ ਸੀਗੇ। 1454 ਚ ਵਿਆਹ ਹੋਇਆ ਔਰ ਮਲੇਰ ਬਣਿਆ ਤੇ 1460-61 ਦੇ ਵਿੱਚ ਭੁਮਸੀ ਨੂੰ ਵੀ ਮਲੇਰ ਦੇ ਵਿੱਚ ਹੀ ਮਿਲਾ ਲਿਆ, ਮਲੇਰ ਦਾ ਹੀ ਹਿੱਸਾ ਬਣ ਗਈ ਹੈ ਜੀ। ਤਾਂ ਉਸ ਤੋਂ ਬਾਅਦ 1515 ਈਸਵੀ ਦੇ ਵਿੱਚ ਬਾਬਾ ਜੀ ਚਲਾਣਾ ਕਰਦੇ ਸ਼ੇਖ ਸਦਰੁਦੀਨ ਜੀ। ਤਾਂ ਸ਼ੇਖ ਸਦਰੁਦੀਨ ਦੀ ਇੱਛਾ ਮੁਤਾਬਕ ਕਿ ਜਿਸ ਕੁੱਲੀ ਦੇ ਵਿੱਚ ਮੈਂ ਰਹਿ ਰਿਹਾ ਉੱਥੇ ਹੀ ਉਹਨਾਂ ਦੀ ਕਬਰ ਬਣਾਈ ਜਾਵੇ, ਜਿੱਥੇ ਆ ਹੁਣ ਕਬਰ ਆ, ਜਿੱਥੇ ਹੁਣ ਕਬਰ ਬਣਾਈ ਹੋਈ ਹੈ। ਇਹ ਸ਼ੇਖ ਸਦਰੁਦੀਨ ਦੀ ਕੁੱਲੀ ਸੀ, ਇੱਥੇ ਹੀ ਰੱਬ ਕਰਦੇ ਸੀ, ਇਬਾਦਤ ਕਰਦੇ ਸੀਗੇ ਔਰ ਇੱਥੇ ਹੀ ਉਹਨਾਂ ਨੂੰ ਦਫਨ ਕਰ ਦਿੱਤਾ ਗਿਆ। ਤਾਂ ਸ਼ੇਖ ਸਦਰੁਦੀਨ ਨੇ ਆਪਣੇ ਜਿਉਂਦੇ ਜੀ ਜਿਹੜਾ ਈਸਾ ਖਾਂ ਸੀ ਇਹਨਾਂ ਦਾ ਬੇਟਾ, ਉਹਨੂੰ ਆਪਣਾ ਉੱਤਰਾਧਿਕਾਰੀ ਤੈਅ ਕਰਤਾ ਸੀਗਾ, ਮੁਕਰਰ ਕਰਤਾ ਸੀ, ਕਿਉਂਕਿ ਉਹਨਾਂ ਨੇ ਦੋਨਾਂ ਬੇਟਿਆਂ ਦੇ ਸੁਭਾਅ ਨੂੰ ਦੇਖਿਆ। ਜਿਹੜਾ ਸ਼ੇਖ ਈਸਾ ਸੀਗਾ ਪਹਿਲਾ ਵੱਡਾ ਪੁੱਤਰ, ਉਹਦਾ ਸੁਭਾਅ ਜਿਹੜਾ ਸੀਗਾ ਉਹ ਸ਼ੇਖ ਸਦਰੁਦੀਨ ਵਰਗਾ ਹੀ ਸੀਗਾ, ਉਹੀ ਰੱਬੀ ਦਰਵੇਸ਼ੀ, ਹਕੂਮਤਾਂ ਦੇ ਕੰਮਾਂ ਤੋਂ ਕਿਤੇ ਦੂਰ। ਸ਼ੇਖ ਈਸਾ ਜਿਹੜਾ ਸੀਗਾ ਉਹ ਹਰ ਕੰਮ 'ਚ ਮਾਹਰ ਸੀ, ਜੰਗੀ ਉਹਦੇ 'ਚ ਵੀ ਮਾਹਰ, ਘੋੜ ਸਵਾਰੀ 'ਚ ਵੀ ਮਾਹਰ, ਜਾਗੀਰਦਾਰੀ 'ਚ ਵੀ ਮਾਹਰ, ਹਰ ਚੀਜ਼ 'ਚ ਮਾਹਰ ਸੀਗਾ ਉਹ। ਤਾਂ ਉਹਨਾਂ ਨੇ ਦੇਖਿਆ ਕਿ ਜਿਹੜੀ ਅਗਲੀ ਜਾਗੀਰਦਾਰੀ ਹੈ ਅਗਰ ਸ਼ੇਖ ਈਸਾ ਨੂੰ ਦਊਂਗਾ ਤਾਂ ਉਹ ਸੰਭਾਲ ਲੂ, ਸ਼ੇਖ ਹਸਨ ਨੂੰ ਦਊਂਗਾ ਤਾਂ ਉਹਦੇ ਕੋਲੋਂ ਸਾਂਭੀ ਸ਼ਾਇਦ ਨਹੀਂ ਜਾਵੇ ਜੀ। ਤਾਂ ਉਹਨਾਂ ਨੇ ਉਹ ਜਵਾਨੀ ਗੁਲਾਮੀ ਮੁਕਰਰ ਦਾ ਕਰਤਾ ਸੀਗਾ। ਪਰ ਸ਼ੇਖ ਸਦਰੁਦੀਨ ਦੇ ਇੰਤਕਾਲ ਤੋਂ ਬਾਅਦ ਦੋਵਾਂ ਦੇ ਵਿੱਚ ਆਪਸ 'ਚ ਝਗੜਾ ਹੋ ਗਿਆ ਕਿ ਜਾਗੀਰਦਾਰੀ ਕਿਹਦੇ ਕੋਲੇ ਰਹੂਗੀ। ਉਹ ਕਹਿੰਦੇ ਜਾਗੀਰਦਾਰੀ ਤਾਂ ਦੇ ਗਏ ਸੀਗੇ। ਹੁਣ ਇੱਥੇ ਇੱਕ ਗੱਲ ਮੁਕਾਇਆ, ਤੀਜਾ ਪੁੱਤਰ ਵੀ ਸੀਗਾ ਸ਼ੇਖ ਮੂਸਾ। ਸ਼ੇਖ ਮੂਸਾ ਦਾ ਕੁਝ ਵੱਡੇ ਹੋ ਗਏ, ਬਚਪਨ ਦੇ ਵਿੱਚ ਹੀ ਇੰਤਕਾਲ ਹੋ ਗਿਆ ਸੀਗਾ ਜੀ। ਉਹ ਪਹਿਲਾਂ ਹੀ ਚਲਾਣਾ ਕਰ ਗਏ ਸੀਗੇ ਤੇ ਇਸ ਕਰਕੇ ਪੁੱਤਰ ਦੋ ਹੀ ਰਹਿ ਗਏ ਸੀਗੇ ਜੀ।
ਤਾਂ ਉਹ ਜਿਹੜਾ ਇਹਨਾਂ ਦਾ ਆਪਸ 'ਚ ਝਗੜਾ ਪਿਆ, ਉਹ ਝਗੜਾ ਬਹੁਤੀ ਦੇਰ ਨਹੀਂ ਚੱਲਿਆ, ਘਰ 'ਚ ਹੀ ਸੁਲਝਾ ਲਿਆ ਇਹਨਾਂ ਨੇ। ਘਰ 'ਚ ਸੁਲਝਾ ਕੇ ਇਹ ਕੀਤਾ ਕਿ ਇੱਕ ਨੂੰ ਦੇਗ ਦੇ ਦਿਓ, ਇੱਕ ਨੂੰ ਤੇਗ ਦੇ ਦਿਓ। ਹੁਣ ਉਹ ਦੇਗ ਔਰ ਤੇਗ ਤੋਂ ਭਾਵ ਕੀ ਹੈ? ਭਾਵ ਇਹ ਹੈ ਕਿ ਸ਼ੇਖ ਹਸਨ ਜਿਹੜਾ ਵੱਡਾ ਪੁੱਤਰ ਹੈ, ਉਹ ਸ਼ੇਖ ਸਦਰੁਦੀਨ ਦੀ ਜਿਹੜੀ ਦਰਗਾਹ ਹੈ ਉਸ ਦਾ ਮੁਤਵੱਲੀ ਥਾਪਤਾ ਕਿ ਇਸ ਦਾ ਕਰਤਾ ਧਰਤਾ ਇਹ ਹੋਊਗਾ ਔਰ ਇਹਦੀ ਦੇਖਭਾਲ ਇਹ ਕਰੂਗਾ। ਜਿਹੜੀ ਜ਼ਗੀਰਦਾਰੀ ਦੀ ਦੇਖਭਾਲ ਹੈ ਉਹ ਸ਼ੇਖ ਈਸਾ ਕਰੇਗਾ ਜੀ, ਉਸ ਤੋਂ ਛੋਟਾ ਪੁੱਤਰ। ਤਾਂ ਹੁਣ ਅੱਜ ਤੱਕ 600 ਸਾਲ ਹੋ ਗਿਆ। 600 ਸਾਲ ਤੋਂ ਇਸ ਦਰਗਾਹ ਦੀ ਜਿਹੜੀ ਦੇਖਭਾਲ ਹੈ ਉਹ ਸ਼ੇਖ ਹਸਨ ਦੀ ਜਿਹੜਾ ਵੰਸ਼ ਹੈ, ਉਹਦੀ ਔਲਾਦ ਹੈ, ਉਹ ਕਰਦੀ ਆ ਰਹੀ ਹੈ। ਔਰ ਜਿਹੜੇ ਮਲੇਰਕੋਟਲੇ ਦੀ ਜ਼ਗੀਰਦਾਰੀ ਕੀਤੀ ਉਹ ਸ਼ੇਖ ਈਸਾ ਦੀ ਔਲਾਦ ਨੇ ਕੀਤੀ, ਉਹਦਾ ਵੰਸ਼। ਜਿਹੜੇ 22 ਨਵਾਬ ਹੋਏ ਨੇ ਮਲੇਰਕੋਟਲੇ, ਉਹ ਸ਼ੇਖ ਈਸਾ ਦੀ ਉਸੇ ਲੜੀ ਚੋਂ ਹੋਏ ਨੇ। ਯਾਨੀ ਕਿ ਸ਼ੇਖ ਸਦਰੁਦੀਨ ਦੇ 2 ਪੁੱਤਰ, ਦੋਹਾਂ ਪੁੱਤਰਾਂ ਦੀ ਅੱਗੇ ਜਿਹੜੀ ਹੈ ਇੱਕ ਦਰਗਾਹ ਚਲਾ ਰਹੀ ਹੈ, ਇੱਕ ਨੇ ਸ਼ਾਸਨ ਚਲਾਇਆ ਜੀ। ਸ਼ਾਸਨ ਵਾਲੇ ਨੂੰ ਤੇਗ, ਦਰਗਾਹ ਵਾਲੇ ਨੂੰ ਦੇਗ। ਇਹ ਫਿਰ ਕੁਛ ਹਿੱਸਾ ਜਿਹੜਾ ਪ੍ਰਾਪਰਟੀ ਦਾ ਸੀਗਾ, ਜਾਇਦਾਦ ਦਾ, ਉਹ ਦਰਗਾਹ ਵਾਲੇ ਨੂੰ ਦੇ ਨਾਂ ਲਾਇਆ ਗਿਆ। ਉਹਦੀ ਇਨਕਮ ਤੋਂ ਇਹ ਕੰਮ ਚੱਲਦਾ ਰਿਹਾ ਤੇ ਬਾਕੀ ਦਾ ਜਿਹੜਾ ਹਿੱਸਾ, ਵੱਡਾ ਹਿੱਸਾ ਸੀਗਾ, ਉਹ ਜ਼ਗੀਰਦਾਰੀ ਵਾਲਿਆਂ ਨੂੰ ਦਿੱਤਾ ਗਿਆ। ਤਾਂ ਉਹ ਜ਼ਗੀਰਦਾਰੀ ਨਿਜ਼ਾਮ ਚੱਲਦਾ ਰਿਹਾ ਜੀ। ਹੁਣ ਇਸ ਤੋਂ ਅੱਗੇ ਦੀ ਜਿਹੜੀ ਹੈ ਉਹ ਥੋੜਾ ਜਿਹਾ ਤੁਸੀਂ ਆਪਾਂ ਅੱਗੇ ਚੱਲਦੇ ਹਾਂ, ਫਿਰ ਉਸ ਤੋਂ ਬਾਅਦ ਜੀ ਇੱਥੇ ਮੈਂ ਥੋੜਾ ਜਿਹਾ ਇਹ ਦੱਸਣਾ ਚਾਹਣਾ ਜੀ ਕਿ ਸ਼ੇਖ ਸਦਰੁਦੀਨ ਦੀ ਤਾਂ ਦਰਗਾਹ ਹੈ ਹੀ ਹੈ ਜੀ। ਉਹਨਾਂ ਦੇ ਅੱਗੇ ਜਿਹੜੇ ਘਰ ਦੇ ਮੈਂਬਰ ਸੀਗੇ, ਉਹਨਾਂ ਦੇ 2 ਪੁੱਤਰ, 3 ਪੁੱਤਰ ਤੇ ਉਹਨਾਂ ਦੀ ਘਰਵਾਲੀ, ਉਹਨਾਂ ਦੀਆਂ ਜਿਹੜੀਆਂ ਕਬਰਾਂ ਨੇ ਉਹ ਸ਼ੇਖ ਸਦਰੁਦੀਨ ਦੀ ਕਬਰ ਦੇ ਬਿਲਕੁਲ ਸੱਜੇ ਖੱਬੇ ਨੇ। ਹਾਂਜੀ, ਜਿਵੇਂ ਕਿਹਾ ਨੇ ਹਨਾ। ਹਾਂਜੀ ਜੀ, ਇਹ ਮੈਂ ਦੱਸਣ ਲੱਗਿਆ ਸੀ ਕਿ ਇਹ ਜਿਹੜੀ ਕਬਰ ਹੈ ਜਿੱਤੇ ਉਹ ਗ੍ਰੀਨ ਪਾਇਆ ਹੋਇਆ, ਹਾਂਜੀ ਜੀ, ਇਹ ਸ਼ੇਖ ਸਦਰੁਦੀਨ ਦੀ ਘਰ ਵਾਲੀ ਦੀ ਕਬਰ ਹੈ ਜੀ, ਉਹਨਾਂ ਦੀ ਬੀਵੀ ਦੀ, ਬੇਗਮ ਦੀ, ਇਹ ਉਹਦੀ ਕਬਰ ਹੈ ਜੀ। ਇਹ ਉਹਨਾਂ ਦਾ ਜਿਹੜਾ ਛੋਟਾ ਬੇਟਾ ਜੀ, ਜਿਹੜਾ ਬਚਪਨ ਦੇ ਵਿੱਚ ਹੀ ਇੰਤਕਾਲ ਹੋ ਗਿਆ ਸੀਗਾ ਜੀ, ਸ਼ੇਖ ਮੂਸਾ ਜੀ, ਇਹ ਉਹਨਾਂ ਦੀ ਕਬਰ ਹੈ ਜੀ। ਠੀਕ ਆ। ਤੇ ਇਸ ਦੇ ਹੁਣ ਆਪਾਂ ਦੂਸਰੀ ਸਾਈਡ ਚੱਲਾਂਗੇ। ਚੱਲ ਗਈ। ਦੂਸਰੀ ਸਾਈਡ ਇਹਨਾਂ ਦੇ ਜਿਹੜੇ 2 ਪੁੱਤਰ ਹੋਰ ਸੀਗੇ, ਇੱਕ ਤਾਂ ਜ਼ਗੀਰਦਾਰ ਬਣੇ ਹਸਨ, ਇੱਕ ਸ਼ੇਖ ਹਸਨ ਤੇ ਸ਼ੇਖ ਈਸਾ ਜੀ, ਉਹਨਾਂ ਦੀਆਂ ਕਬਰਾਂ ਦੂਸਰੇ ਪਾਸੇ ਨੇ। ਆਜੋ ਆਪਾਂ ਨਾਲ ਤੁਰੇ ਜਾਂਦੇ ਆ। ਗੁਰ ਇਹ ਮਤਲਬ ਅੱਜ ਤੁਹਾਨੂੰ ਮਲੇਰਕੋਟਲੇ A to Z ਇਤਿਹਾਸ ਦੀ ਇੱਕ ਕਿਸ਼ਤ ਹੋ ਜਾਣੀ ਅੱਜ ਆਪਣੀ। ਤੇ ਆਹ ਜੀ ਸ਼ੇਖ ਸਦਰੁਦੀਨ ਜੀ ਦੀ, ਸ਼ੇਖ ਸਦਰੁਦੀਨ ਦੀ ਰੁਪਿਆ ਦਿਖਾ ਦਿਓ। ਸ਼ੇਖ ਸਦਰੁਦੀਨ ਲੋਕ ਇੱਥੇ ਆਉਂਦੇ ਨੇ ਜੀ, ਆਪਣੀਆਂ ਸ਼ਰਧਾ ਮੰਨਤਾਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਤੇ ਫਿਰ ਉਹ ਚਾਦਰਾਂ ਚੜਾਉਣ ਆਉਂਦੇ ਨੇ। ਹਾਂਜੀ, ਇਹ ਦੂਜੇ ਪਾਸੇ ਆ ਗਏ ਆਪਾਂ। ਹਾਂ, ਉਧਰ ਮੈਂ ਦੱਸਿਆ ਸੀਗਾ ਕਿ ਸ਼ੇਖ ਸਦਰੁਦੀਨ ਦੀ ਬੇਗਮ ਔਰ ਸ਼ੇਖ ਸਦਰੁਦੀਨ ਦੇ ਇੱਕ ਪੁੱਤਰ ਦੀ ਕਬਰ ਹੈ ਜੀ। ਤੇ ਇੱਧਰ ਸ਼ੇਖ ਸਦਰੁਦੀਨ ਦੇ ਜਿਹੜੇ 2 ਪੁੱਤਰ ਬਚੇ ਜੀ, ਤੇ ਇਹ ਉਹਨਾਂ ਦੀਆਂ ਕਬਰਾਂ ਨੇ, ਸ਼ੇਖ ਹਸਨ ਜੀ ਤੇ ਸ਼ੇਖ ਈਸਾ ਜੀ। ਤੇ ਤੀਜੀ ਕਬਰ ਹੈ ਜਿਹੜੀ ਜੀ, ਇਹ ਬਾਬਾ ਜੀ ਦੇ ਵੰਸ਼ ਦੇ ਵਿੱਚੋਂ ਜਿਹੜੇ ਅੱਗੇ ਜ਼ਗੀਰਦਾਰ ਬਣੇ ਨੇ, ਜਿਹੜੇ ਜੀ ਬਾਬਾ ਜੀ ਦੇ ਵੰਸ਼ ਦੇ ਵਿੱਚੋਂ ਜੀ 5 ਜ਼ਗੀਰਦਾਰ ਇਹੋ ਜਿਹੇ ਹੋਏ ਨੇ ਸ਼ੁਰੂ ਦੇ ਬਾਬਾ ਜੀ ਦੇ ਸਮੇਤ। ਬਾਬਾ ਜੀ ਦਾ ਪੁੱਤਰ ਸ਼ੇਖ ਈਸਾ, ਉਸ ਤੋਂ ਬਾਅਦ ਉਹਨਾਂ ਤੋਂ ਬਾਅਦ 4 ਹੋਰ ਹੋਏ ਨੇ। ਉਹਨਾਂ 4ਾਂ ਦੀਆਂ ਕਬਰਾਂ ਵੀ ਇੱਥੇ ਹੀ ਨੇ। ਯਾਨੀ ਕਿ ਪਹਿਲੇ 5 ਜਿਹੜੇ ਜ਼ਗੀਰਦਾਰ ਹੋਏ ਨੇ ਉਹਨਾਂ ਦੀਆਂ ਕਬਰਾਂ ਇਸੇ ਵੰਸ਼ ਦੀਆਂ, ਇਸੇ ਕਬਰਸਤਾਨ 'ਚ ਜਾਂ ਇਸੇ ਕੈਂਪਸ ਦੇ ਵਿੱਚ ਹੀ ਨੇ। ਤੇ ਬਾਕੀ ਦੀਆਂ ਫਿਰ ਬਾਹਰ ਕਬਰਾਂ ਨੇ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਜੀ। ਸ਼ੇਖ ਸਦਰੁਦੀਨ ਤੋਂ ਬਾਅਦ ਉਹਨਾਂ ਦਾ ਪੁੱਤਰ ਜਿਹੜਾ ਸੀਗਾ ਸ਼ੇਖ ਈਸਾ। ਸ਼ੇਖ ਸਦਰੁਦੀਨ ਦਾ ਜਿਹੜਾ ਦੇਹਾਂਤ ਹੁੰਦਾ ਹੈ ਉਹ 1515 ਈਸਵੀ 'ਚ ਹੁੰਦਾ ਹੈ। 1515 ਈਸਵੀ 'ਚ ਉਹਨਾਂ ਦਾ ਪੁੱਤਰ ਜ਼ਗੀਰਦਾਰ ਬਣ ਜਾਂਦਾ ਮਲੇਰ ਦਾ ਜੀ। ਤਾਂ 1538 ਈਸਵੀ ਤੱਕ ਉਹ ਚੱਲਦਾ ਜੀ ਸ਼ੇਖ ਈਸਾ। 1538 ਈਸਵੀ ਤੱਕ ਉਹ ਚੱਲਦਾ। 1538 ਦੇ ਵਿੱਚ ਉਹਦਾ ਬੇਟਾ ਅੱਗੇ ਸ਼ੇਖ ਈਸਾ ਦਾ ਬੇਟਾ ਸ਼ਾਹ ਮੁਹੰਮਦ ਖਾਨ, ਯਾਨੀ ਕਿ ਬਾਬਾ ਜੀ ਸ਼ੇਖ ਸਦਰੁਦੀਨ ਦਾ ਪੋਤਾ ਜੀ, ਫਿਰ ਉਹ ਬਣਦਾ ਹੈ। 1545 ਦੇ ਵਿੱਚ ਉਹਦਾ ਦੇਹਾਂਤ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਦਾ ਦੂਸਰਾ ਪੁੱਤਰ ਉਸ ਤੋਂ ਛੋਟਾ ਉਹਦਾ ਪੁੱਤਰ ਬਣਦਾ ਜੀ। ਇਸ ਤਰ੍ਹਾਂ ਚੱਲਦੇ 1604 ਈਸਵੀ ਤੱਕ 4 ਜ਼ਗੀਰਦਾਰ ਬਦਲ ਜਾਂਦਾ ਜੀ।
ਤੇ ਇਹ ਉਹਨਾਂ ਦੀਆਂ ਕਬਰਾਂ ਨੇ? ਉਹਨਾਂ ਦੀਆਂ ਕਬਰਾਂ ਨੇ। ਉਹ ਜ਼ਗੀਰਦਾਰ ਜਿਹੜੇ ਉਸ ਟਾਈਮ ਮਲੇਰ ਦੇ ਜ਼ਗੀਰਦਾਰ ਹੈ, ਕੁਛ ਅੰਦਰ ਤੇ ਕੁਛ ਬਾਹਰ। ਇਹ ਜ਼ਗੀਰਦਾਰ ਸੱਚ? ਹਾਂਜੀ, ਇਹ ਜ਼ਗੀਰਦਾਰ ਆ। ਇਹ ਜ਼ਗੀਰਦਾਰ ਸੀਗੇ। ਉਹ ਬਾਬਾ ਜੀ ਦਾ ਬੇਟੇ ਸੀਗੇ, ਬਾਬਾ ਜੀ ਦੀ ਪਤਨੀ ਸੀਗੀ, ਬਾਬਾ ਜੀ ਦਾ ਪੋਤਾ ਸੀਗਾ। ਉੱਥੇ ਜਿਹੜੀਆਂ ਕਬਰਾਂ ਨੇ ਅੰਦਰ, ਉਹ ਬਾਬਾ ਜੀ ਦੇ ਸੰਬੰਧਤ ਇਹ ਵੀ ਹੈ, ਇਹ ਵੀ ਪੋਤੇ ਲੱਗਦੇ ਨੇ ਜੀ। ਪਰ ਇਹ ਹੈ ਵੀ ਉਹ ਜ਼ਗੀਰਦਾਰਾਂ ਦੀਆਂ ਕਬਰਾਂ ਅਲੱਗ ਕਰਕੇ ਬਣਾ ਦਿੱਤੀਆਂ ਗਈਆਂ। ਇਸ ਵੰਸ਼ ਦੇ ਵਿੱਚੋਂ ਹੋਰ ਜਿਹੜੇ ਪੂਰੇ ਹੁੰਦੇ ਸੀਗੇ ਉਹਨਾਂ ਨੂੰ ਇਸ ਕੈਂਪਸ ਦੇ ਅੰਦਰ ਹੀ ਦਫਨ ਕੀਤਾ ਜਾਂਦਾ ਸੀਗਾ ਤੇ ਉਹਨਾਂ ਦੀਆਂ ਕਬਰਾਂ ਕੁਛ ਪਰੇ ਉਰੇ ਨੇ ਹਨਾ, ਉਹ ਦਿਖਦੀਆਂ ਨੇ। ਅੱਗੇ ਰਸਤੇ ਜਾਣਗੀਆਂ ਉਹ ਵੀ ਕਬਰਾਂ ਨੇ, ਤੁਹਾਨੂੰ ਉਹ ਦਿਖਾਉਂਗਾ ਮੈਂ ਵੀ ਮਤਲਬ ਉਹਨਾਂ ਨੂੰ ਦਫਨ ਇੱਥੇ ਹੀ ਕੀਤਾ ਜਾਂਦਾ ਸੀਗਾ। ਤੇ ਇਹ ਜ਼ਗੀਰਦਾਰ ਹੋਣ ਕਰਕੇ ਇਹਨਾਂ ਦੀਆਂ ਕਬਰਾਂ ਮੈਂ ਤੁਹਾਨੂੰ ਅਲੱਗ ਤੋਂ ਦਿਖਾ ਰਿਹਾ ਹਾਂ ਜੀ। ਤੇ ਯਾਨੀ ਕਿ ਪਹਿਲੀਆਂ ਜਿਹੜੀਆਂ 5 ਪੁਸ਼ਤਾਂ ਸੀਗੀਆਂ ਜੀ, ਉਹ ਜ਼ਗੀਰਦਾਰੀ ਚੱਲਦੀ ਰਹੀ ਜੀ। 6ਵੀਂ ਪੁਸਤ ਹੁਣ ਆਪਾਂ ਅੱਗੇ ਜਾ ਕੇ ਅਗਲੀ ਕਿਸ਼ਤ 'ਚ ਸ਼ੁਰੂ ਕਰਾਂਗੇ ਜੀ। ਤੇ ਇਹ 5 ਕਿਸ਼ਤਾਂ ਦੇ ਇਹ ਪਹਿਲੀ ਕਿਸ਼ਤ ਦੇ ਵਿੱਚ ਮੈਂ ਤੁਹਾਨੂੰ ਸ਼ੇਖ ਸਦਰੁਦੀਨ, ਉਹਨਾਂ ਦਾ ਪੁੱਤਰ ਸ਼ੇਖ ਈਸਾ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ 3 ਹੋਰ ਹੋਏ, ਯਾਨੀ ਕਿ ਪਹਿਲੇ ਜਿਹੜੇ 5 ਜ਼ਗੀਰਦਾਰ ਹੋਏ ਨੇ ਉਹਨਾਂ ਦਾ ਇਤਿਹਾਸ ਦੱਸਤਾ ਜੀ। ਤੇ ਉਹ ਆਪਣੀ ਜ਼ਗੀਰਦਾਰੀ ਕਰਕੇ 1604 ਈਸਵੀ ਤੱਕ 5 ਜ਼ਗੀਰਦਾਰਾਂ ਨੇ ਮਲੇਰਕੋਟਲੇ ਦੇ ਰਾਜ ਕੀਤਾ। ਅੱਗੇ ਦਾ ਮਤਲਬ ਨਵਾਬਾਂ ਦਾ ਚੱਲੂ? ਅੱਗੇ ਫਿਰ ਨਵਾਬਾਂ ਦਾ ਚੱਲੂ। ਨਵਾਬੀ ਕਿਵੇਂ ਆਈ, ਕੀ ਹੋਇਆ, ਉਹ ਆਪਾਂ ਅਗਲੀ ਕਿਸ਼ਤ 'ਚ ਦੇਵਾਂਗੇ। ਔਰ ਇਹਦੇ 'ਚ ਇੱਕ ਮੈਂ ਤੁਹਾਨੂੰ ਦਿਖਾਉਣਾ, ਸ਼ੇਖ ਸਦਰੁਦੀਨ ਇੱਥੇ ਜਿੱਥੇ ਕੁੱਲੀ ਪਾਈ ਸੀ ਇੱਥੇ ਤਾਂ ਉਹ ਬੈਠਦੇ ਸੀਗੇ ਜੀ। ਇੱਥੇ ਨਾਲ ਹੀ ਉਹਨਾਂ ਨੇ ਇੱਕ ਛੋਟੀ ਜਿਹੀ ਮਸਜਿਦ ਬਣਾਈ ਸੀਗੀ ਜੀ, ਜਿੱਥੇ ਉਹ ਨਮਾਜ਼ ਪੜ੍ਹਦੇ ਸੀ, ਇਬਾਦਤ ਕਰਦੇ ਸੀਗੇ ਜੀ। ਉਹ ਸਮੇਂ ਦੇ ਨਾਲ ਨਾਲ ਮਸਜਿਦ ਜਿਹੜੀ ਸੀ ਉਹ ਸ਼ਹੀਦ ਹੋ ਗਈ, ਢਹਿ ਢੇਰੀ ਹੋ ਗਈ ਜੀ। ਤੇ ਹੁਣ ਉਹਨਾਂ ਦੇ ਵੰਸ਼ ਨੇ ਉਹ ਮਸਜਿਦ ਤਾਂ ਨਵੀਂ ਬਣਾਤੀ, ਪਰ ਬਾਬਾ ਜੀ ਜਿਸ ਥਾਂ ਤੇ ਖੜ ਕੇ ਨਮਾਜ਼ ਪੜ੍ਹਦੇ ਹੁੰਦੇ ਸੀਗੇ ਉਹਨੂੰ ਮਹਿਰਾਬ ਕਿਹਾ ਜਾਂਦਾ। ਉਹ ਮਹਿਰਾਬ ਗੋਲ ਡਾਟ ਦੀ ਹੁੰਦੀ ਹੈ। ਅੱਜ ਕੱਲ੍ਹ ਹਰ ਮਸਜਿਦ 'ਚ ਮਹਿਰਾਬ ਹੁੰਦੀ ਹੈ। ਉੱਥੇ ਮੌਲਵੀ ਸਾਹਿਬ ਖੜ੍ਹਦੇ ਨੇ, ਪਿੱਛੇ ਉਹਨਾਂ ਦੇ ਪਬਲਿਕ ਖੜ੍ਹਦੀ ਹੈ। ਮੌਲਵੀ ਸਾਹਿਬ ਉੱਥੇ ਖੜ੍ਹ ਕੇ ਨਮਾਜ਼ ਪੜ੍ਹਾਉਂਦੇ ਨੇ। ਉਸ ਟਾਈਮ ਸ਼ੇਖ ਸਦਰੁਦੀਨ ਜਿਹੜੇ ਥੇ ਉਹਨਾਂ ਦੀ ਪਦਵੀ ਮੌਲਵੀ ਵਾਲੀ ਵੀ ਸੀਗੀ, ਉਹ ਨਮਾਜ਼ ਪੜ੍ਹਾਉਂਦੇ ਵੀ ਸੀਗੇ। ਉਹ ਜਿਹੜੀ ਮਹਿਰਾਬ 'ਚ ਖੜ੍ਹ ਕੇ ਨਮਾਜ਼ ਪੜ੍ਹਾਉਂਦੇ ਸੀਗੇ, ਉਹ ਇਤਫਾਕ ਇਹੋ ਜਿਹਾ ਹੈ ਕਿ ਉਹ ਮਹਿਰਾਬ ਅੱਜ ਵੀ ਉਹੀ ਹੈ। ਹੈਗਾ ਹਜੇ 600 ਸਾਲ ਪੁਰਾਣੀ ਮਹਿਰਾਬ। ਉਹ ਅੰਦਰ ਕਿਉਂਕਿ ਮਸਜਿਦ ਉਹਨਾਂ ਨੇ ਨਵੀਂ ਬਣਾਈ ਤਾਂ ਮਹਿਰਾਬ 'ਚ ਟਾਈਲਾਂ ਟੂਲਾਂ ਲਾ ਕੇ ਮਹਿਰਾਬ ਦੀ ਤਾਂ ਅੰਦਰੋਂ ਦਾ ਡੈਕੋਰੇਸ਼ਨ ਕਰਤੀ ਜੀ। ਉਹ ਬਾਹਰੋਂ ਮਹਿਰਾਬ ਅੱਜ ਵੀ ਉਹੀ ਪੁਰਾਣੀ ਹੈ। ਉਹ ਮੈਂ ਦਿਖਾਣੀ ਚਾਹਣਾ ਤੁਹਾਨੂੰ। ਇਸੇ ਕਿਸ਼ਤ 'ਚ ਦਿਖਾ ਦਈਏ? ਇਸੇ ਕਿਸ਼ਤ 'ਚ ਚੱਲ ਗਏ ਫਿਰ ਆਪਾਂ ਉਧਰ ਨੂੰ। ਫਿਰ ਹਾਂਜੀ ਆ ਜੀ। ਸ਼ੇਖ ਸਦਰੁਦੀਨ ਦੇ ਵੇਲੇ ਜਿਹੜੀ ਮਸਜਿਦ ਸੀਗੀ ਜੀ, ਉਹ ਮਸਜਿਦ ਤਾਂ ਹੁਣ ਰਹੀ ਨਹੀਂ। ਮਸਜਿਦ ਦੀ ਬਿਲਡਿੰਗ ਉਹ ਪੁਰਾਣੀ ਹੋਣ ਕਰਕੇ ਹੁਣ ਉਸ ਦੀ ਥਾਂ ਤੇ ਨਵੀਂ ਬਿਲਡਿੰਗ ਬਣਾ ਦਿੱਤੀ ਗਈ ਜੀ। ਤੇ ਉਹ ਮੈਂ ਬਿਲਡਿੰਗ ਦੇਖ ਲਓ। ਅਸਲ ਆਪਾਂ ਮਹਿਰਾਬ ਦੇਖਣ ਵਾਸਤੇ ਆਏ ਹਾਂ ਇੱਥੇ ਜੀ। ਉਹ ਮਹਿਰਾਬ ਤੁਹਾਨੂੰ ਮੈਂ ਅੰਦਰੋਂ ਵੀ ਦਿਖਾਵਾਂਗਾ। ਉਸ ਤੋਂ ਬਾਅਦ ਚੱਲ ਕੇ ਫਿਰ ਆਪਾਂ ਬਾਹਰੋਂ ਵੀ ਦੇਖਾਂਗੇ ਜੀ। ਅੰਦਰੋਂ ਤਾਂ ਨਵੀਂ ਬਣਾ ਦਿੱਤੀ ਤੇ ਮਹਿਰਾਬ ਉਹੀ ਹੈ ਜੀ, ਉਹ ਦਿਖਾਉਣ ਵਾਸਤੇ ਲੈ ਕੇ ਜੀ। ਆ ਜਾਓ ਜੀ। ਜਿੱਥੇ ਸ਼ੇਖ ਸਦਰੁਦੀਨ ਖੜ ਕੇ ਨਮਾਜ਼ ਪੜ੍ਹਦੇ, ਇਹ ਮਸੱਲਾ ਹੈ ਜੀ। ਇਹ ਅੱਗੇ ਮੌਲਵੀ ਸਾਹਿਬ ਦੇ ਖੜਨ ਦੀ ਥਾਂ ਹੈ, ਪਿੱਛੇ ਪਬਲਿਕ ਦੇ ਖੜਨ ਦੀ। ਇੱਥੇ ਖੜ ਕੇ ਉਹ ਨਮਾਜ਼ ਪੜ੍ਹਾਉਂਦੇ ਨੇ, ਪਿੱਛੇ ਪਬਲਿਕ ਉਹਨਾਂ ਦੇ ਪਿੱਛੇ ਪਿੱਛੇ ਉਸ ਤਰ੍ਹਾਂ ਹੀ ਨਮਾਜ਼ ਪੜ੍ਹਦੀ ਹੈ ਜੀ। ਇਹ ਅੱਜ ਵੀ ਇਹੀ ਹੈ, ਇਸਲਾਮ ਦੀ ਪਰੰਪਰਾ ਹੈ ਜੀ ਜੀ। ਤਾਂ ਜਿਹੜਾ ਇਮਾਮਤ ਕਰਾਉਣ ਵਾਲਾ ਹੁੰਦਾ ਹੈ ਉਹ ਸੁਲਝਿਆ ਹੋਇਆ ਬੰਦਾ ਹੋਵੇ, ਹਰ ਚੀਜ਼ ਦਾ ਗਿਆਨੀ ਹੋਵੇ ਜੀ, ਉਹ ਹੁੰਦਾ ਹੀ ਹੈ ਜੀ। ਤਾਂ ਸ਼ੇਖ ਸਦਰੁਦੀਨ ਇੱਥੇ ਨਮਾਜ਼ ਪੜ੍ਹਿਆ ਕਰਦੇ ਸੀਗੇ ਜੀ। ਇਹ ਜਿਹੜੀ ਮਹਿਰਾਬ ਹੈ ਇਹ ਫਰਸ਼ ਉੱਚਾ ਚੱਕਣ ਕਰਕੇ ਇਹ ਨੀਵੀਂ ਹੋ ਗਈ। ਪਹਿਲਾਂ ਇਹ ਬਹੁਤ ਉੱਚੀ ਸੀ ਕਿਉਂਕਿ ਇਹਦਾ ਫਰਸ਼ ਬਹੁਤ ਜੀ ਨੀਵਾਂ ਸੀਗਾ ਜੀ। ਇਹ ਘੱਟੋ ਘੱਟ 7 ਫੁੱਟ ਉੱਚੀ ਸੀਗੀ ਜਿਹੜੀ ਕਿ ਹੁਣ ਆਪਾਂ ਨੂੰ 4 ਫੁੱਟ ਦੀ ਉਹ ਦਿਖਦੀ ਹੈ ਜੀ। ਬਿਲਕੁਲ। ਤੇ ਹੁਣ ਬੰਦਿਆਂ ਨੂੰ ਖੜਨਾ ਤੇ ਨਮਾਜ਼ ਪੜ੍ਹਨੀ ਔਖੀ ਲੱਗਦੀ ਹੈ ਕਿ ਸਿਰ ਸੁਰ ਨਾ ਵੱਜੇ ਜੀ। ਇਹ ਕਿਉਂ ਇੰਨੀ ਨੀਵੀਂ ਕਿਉਂ ਰੱਖੀ ਗਈ, ਫਰਸ਼ ਉੱਚਾ ਚੱਕਿਆ ਕਿ ਮਹਿਰਾਬ ਉਹੀ ਹੈ, ਇਹਨੂੰ ਢਾਹ ਕੇ ਨਹੀਂ ਬਣਾਇਆ ਗਿਆ। ਸਹੀ ਹੈ, ਉਹੀ ਪੁਰਾਣੀ ਦੀ ਪੁਰਾਣੀ ਰੱਖੀ ਗਈ। ਹਾਂ, ਅੰਦਰੋਂ ਇਹਦੀ ਡੈਕੋਰੇਸ਼ਨ ਜ਼ਰੂਰ ਕਰਤੀ ਜੀ। ਪੱਥਰ ਲਾਤਾ। ਪਹਿਲਾਂ ਇਹ ਕੱਚੀ ਸੀਗੀ ਜੀ। ਤਾਂ ਇਹਦਾ ਹੁਣ ਜਿਹੜਾ ਅਸਲੀ ਰੂਪ 600 ਸਾਲ ਪੁਰਾਣਾ, ਉਹ ਤੁਹਾਨੂੰ ਮੈਂ ਬਾਹਰੋਂ ਦੀ ਜਾ ਕੇ ਦਿਖਾਉਂਗਾ ਜੀ ਜੀ। ਠੀਕ ਹੈ ਜੀ। ਠੀਕ ਹੈ, ਅੱਜ ਬਾਹਰੋਂ ਦੇਖਦੇ ਆਪਾਂ। ਮੈਂ ਜਦੋਂ ਦੱਸਿਆ ਤੁਹਾਨੂੰ ਜੀ 1446 ਈਸਵੀ ਦੇ ਵਿੱਚ ਸ਼ੇਖ ਸਦਰੁਦੀਨ ਆਏ ਨੇ ਅਫਗਾਨਿਸਤਾਨ ਤੋਂ ਜੀ। ਉਹਨਾਂ ਨਾਲ 30-35 ਬੰਦਿਆਂ ਦਾ ਵਫਦ ਸੀਗਾ, ਇੱਕ ਜੀ ਕਾਫਲਾ। ਤਾਂ ਉਸ ਕਾਫਲੇ ਦੇ ਵਿੱਚ ਸ਼ੇਖ ਸਦਰੁਦੀਨ ਦਾ ਇੱਕ ਨਾਈ ਸੀਗਾ ਜਿਹੜਾ ਉਹਨਾਂ ਦੀ ਹਜਾਮਤ ਵਗੈਰਾ ਕਰਦਾ ਸੀਗਾ ਜੀ। ਔਰ ਸ਼ੇਖ ਸਦਰੁਦੀਨ ਦੇ ਕੁਝ ਨੌਕਰ ਚਾਕਰ ਸੀਗੇ ਜੀ। ਇੱਕ ਉਹਨਾਂ ਦੇ ਵਿੱਚ ਉਸ ਟਾਈਮ ਜਦੋਂ ਕੋਈ ਕਾਫਲਾ ਚੱਲਦਾ ਹੁੰਦਾ ਸੀਗਾ, ਚਾਹੇ ਉਹ ਰਾਜੇ ਦਾ ਹੋਵੇ, ਚਾਹੇ ਉਹ ਕਿਸੇ ਪੀਰ ਫਕੀਰ ਦਾ ਹੋਵੇ ਜਾਂ ਕਿਸੇ ਵੱਡੇ,
ਉਹਦੇ ਕਾਫਲੇ ਦੇ ਅੱਗੇ ਅੱਗੇ ਇੱਕ ਨਗਾੜਾ ਵਜਾਉਣ ਵਾਲਾ ਹੁੰਦਾ ਸੀਗਾ। ਉਹ ਖਬਰ ਕਰਦਾ, ਮਤਲਬ ਇਹ ਦੱਸਦਾ ਜਾਂਦਾ ਹੁੰਦਾ ਸੀ ਵੀ ਕੋਈ ਪਿੱਛੇ ਕਾਫਲਾ ਆ ਰਿਹਾ ਹੈ ਜੀ। ਤਾਂ ਸ਼ੇਖ ਸਦਰੁਦੀਨ ਦੇ ਨਾਲ ਵੀ, ਕਾਫਲੇ ਦੇ ਨਾਲ ਵੀ ਇੱਕ ਨਗਾੜਾ ਵਜਾਉਣ ਵਾਲਾ ਬੰਦਾ ਸੀਗਾ ਜੀ। ਉਹ ਜਿਹੜਾ ਨਗਾੜਾ ਵਜਾਉਣ ਵਾਲਾ ਸੀ ਉਹ ਅਫਗਾਨਿਸਤਾਨ ਤੋਂ ਹੀ ਨਾਲ ਆਇਆ ਸੀ ਉਹਨਾਂ ਦੇ ਜੀ, ਉਹਨਾਂ ਦੇ ਕਾਫਲੇ ਦਾ, ਤੇ ਕੁਝ ਉਹਨਾਂ ਦੇ ਸੇਵਕ ਸੀਗੇ ਨਾਲ ਜੀ ਸ਼ੇਖ ਸਦਰੁਦੀਨ ਦੇ ਜੀ। ਤਾਂ ਇਸ ਥਾਂ ਤੇ ਮੇਰਾ ਖੜਨ ਦਾ ਮਕਸਦ ਇਹ ਹੈ ਕਿ ਉਹ ਨਗਾੜੇ ਵਾਲਿਆਂ ਨੂੰ ਜੀ ਸ਼ੇਖ ਸਦਰੁਦੀਨ ਨੇ ਜਦੋਂ ਇੱਥੇ ਕੁੱਲੀ ਪਾਈ ਤਾਂ ਉਹ ਆਹ ਥਾਂ ਦਿੱਤੀ ਜੀ ਉਹਨਾਂ ਨੂੰ। ਅੱਛਾ, ਇੱਥੇ ਨਗਾਰੇ ਵਾਲਾ ਇੱਥੇ ਰਹਿੰਦਾ ਸੀ? ਇੱਥੇ ਨਗਾਰੇ ਵਾਲਾ ਰਹਿੰਦਾ ਸੀਗਾ ਤੇ ਇੱਥੇ ਬੈਠ ਕੇ ਉਹ ਨਗਾਰਾ ਵਜਾਉਂਦਾ ਹੁੰਦਾ ਸੀਗਾ। ਤਾਂ ਨਗਾਰਾ ਵਜਾਉਣ ਦੇ ਦੋ ਕਾਰਨ ਹੁੰਦੇ ਸੀਗੇ ਜੀ। ਨੰਬਰ 1 ਤਾਂ ਉਸ ਟਾਈਮ ਲਾਊਡ ਸਪੀਕਰ ਨਹੀਂ ਸੀਗੇ ਜੀ। ਜਿਸ ਟਾਈਮ ਨਮਾਜ਼ ਦਾ ਟਾਈਮ ਹੁੰਦਾ ਸੀ, ਅੱਜ ਕੱਲ੍ਹ ਤਾਂ ਲਾਊਡ ਸਪੀਕਰ ਦੇ ਵਿੱਚ ਅਜ਼ਾਨ ਦਿੱਤੀ ਜਾਂਦੀ ਹੈ ਜੀ, ਉਹ ਦੂਰ ਦੂਰ ਤੱਕ ਸੁਣ ਜਾਂਦੀ ਹੈ। ਉਸ ਟਾਈਮ ਨਗਾਰਾ ਵਜਾਇਆ ਜਾਂਦਾ ਸੀਗਾ ਕਿ ਨਮਾਜ਼ ਦਾ ਟਾਈਮ ਹੋ ਗਿਆ ਭਾਈ ਜੀ। ਲੋਕਾਂ ਨੂੰ ਦੱਸਿਆ ਜਾਂਦਾ ਸੀ, ਨਗਾਰੇ ਦੀ ਆਵਾਜ਼ ਬਹੁਤ ਦੂਰ ਦੂਰ ਤੱਕ ਜਾਂਦੀ ਸੀ ਜੀ। ਥਾਂ ਇਹ ਉੱਚੀ ਸੀ ਬਹੁਤ ਜ਼ਿਆਦਾ ਜੀ। ਤਾਂ ਉਹ ਪਰੰਪਰਾ ਹੈ ਜਿਹੜੀ ਉਹ ਅੱਜ ਵੀ ਚੱਲ ਰਹੀ ਹੈ। ਜੇ ਤੁਸੀਂ ਕੱਲ੍ਹ ਆਉਂਦੇ ਤਾਂ ਕੱਲ੍ਹ ਇੱਥੇ ਨਗਾਰਾ ਪਿਆ ਮਿਲਦਾ ਔਰ ਤੁਹਾਨੂੰ ਬੰਦਾ ਵਜਾਉਂਦਾ ਮਿਲਦਾ, ਔਰ ਉਹ ਜਿਹੜਾ ਬੰਦਾ ਵਜਾ ਰਿਹਾ ਉਸੇ ਵੰਸ਼ ਚੋਂ ਚਲਿਆ ਆ ਰਿਹਾ। ਅੱਛਾ, ਉਧਰ ਵੀ ਉਹੀ ਵੰਸ਼ ਹੈ, ਇੱਧਰ ਵੀ ਉਹੀ ਵੰਸ਼ ਹੈ। ਹੁਣ ਤੱਕ ਜੇ ਉਹ ਵੰਸ਼ ਉਧਰ ਚੱਲਿਆ ਆ ਰਿਹਾ ਤਾਂ ਇੱਥੇ ਵੀ ਉਹੀ ਵੰਸ਼ ਚੱਲਿਆ ਆ ਰਿਹਾ ਜੋ ਨਗਾਰਚੀ ਨੇ ਜਿਹੜੇ ਨਗਾਰਾ ਵਜਾਉਣ ਵਾਲੇ ਨੇ ਜੀ। ਇੱਥੇ ਵੀ ਉਹੀ ਵੰਸ਼ ਹੈ। ਇਹ ਕੈਮੀ ਪੁਸ਼ਤ ਹੈ ਉਹਨਾਂ ਦੀ, ਇਹ ਜੇ ਹੁੰਦੇ ਤਾਂ ਮਿਲ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਜੀ। ਤੇ ਇਹ ਨਗਾਰਚੀ ਵੀ ਬਾਬਾ ਜੀ ਦੇ ਨਾਲ ਆਏ ਹੋਏ ਉਸੇ ਵੰਸ਼ ਦੇ ਅੱਜ ਤੱਕ ਉਹੀ ਪਰੰਪਰਾ ਨਿਭਾਉਂਦੇ ਆ ਰਹੇ ਨੇ ਜੀ। ਬਿਲਕੁਲ। ਤੇ ਇੱਕ ਆਹ ਥਾਂ ਦਿਖਾਣੀ ਹੈ ਜੀ ਤੁਹਾਨੂੰ ਜੀ। ਜਿਹੜੀ ਥਾਂ ਹੈ ਇਹ ਤਾਂ ਹੁਣ ਉੱਪਰ ਬਾਅਦ ਚ ਬਣਾ ਦਿੱਤੀ ਗਈ ਹੈ ਜੀ। ਇਹ ਕੱਲਾ ਚਬੂਤਰਾ ਸੀਗਾ ਉਸ ਟਾਈਮ ਇਹ ਜੀ। ਇਹ ਚੌਂਤਰਾ ਜਿਹੜਾ ਹੈ ਜੀ, ਇਹ ਉਸ ਟਾਈਮ ਅਜ਼ਾਨ ਦੇਣ ਵਾਸਤੇ ਹੁੰਦਾ ਸੀਗਾ ਜੀ। ਤਾਂ ਉਹਦੇ 'ਚ ਕੀ ਹੈ, ਨਮਾਜ਼ ਦੇ ਟਾਈਮ ਇੱਕ ਤਾਂ ਨਗਾਰਾ ਵਜਾਤਾ, ਨਗਾਰਾ ਦਾ ਲੋਕਾਂ ਨੂੰ ਸੂਚਨਾ ਹੋ ਗਈ ਜੀ। ਉਸ ਤੋਂ ਬਾਅਦ ਨਮਾਜ਼ ਤੋਂ ਪਹਿਲਾਂ ਅਜ਼ਾਨ ਕਹਿਣੀ ਬਹੁਤ ਜ਼ਰੂਰੀ ਹੈ ਜੀ, ਇਹ ਵੀ ਉਹਦਾ ਇੱਕ ਹਿੱਸਾ ਹੈ ਜੀ। ਤਾਂ ਇਹ ਉੱਚੀ ਥਾਂ ਸੀ, ਇੱਥੇ ਖੜ ਕੇ ਬੰਦਾ ਅਜ਼ਾਨ ਪੜ੍ਹਦਾ ਹੁੰਦਾ ਸੀਗਾ ਜੀ। ਫਿਰ ਉਸ ਤੋਂ ਬਾਅਦ ਨਮਾਜ਼ ਸ਼ੁਰੂ ਹੁੰਦੀ ਸੀਗੀ ਜੀ। ਵੀ ਲਾਗੇ ਲਾਗੇ ਦੇ ਜਿਹੜੇ ਬੰਦੇ ਹੁੰਦੇ ਸੀਗੇ ਉਹ ਆਵਾਜ਼ ਸੁਣ ਕੇ ਆ ਜਾਣ ਕਿ ਵੀ ਨਮਾਜ਼ ਦਾ ਟਾਈਮ ਹੋ ਗਿਆ, ਚਲੋ ਚੱਲੀਏ ਜੀ। ਇਹ ਦੋ ਥਾਵਾਂ ਨੇ ਜਿਹੜੀਆਂ ਇਹ ਬਾਬਾ ਜੀ ਦੇ ਟਾਈਮ ਤੋਂ ਹੀ ਚੱਲੀਆਂ ਆ ਰਹੀਆਂ, ਪੁਰਾਣੀਆਂ ਥਾਵਾਂ ਨੇ। ਬੇਸ਼ੱਕ ਇਹਨਾਂ ਦੀ ਡੈਕੋਰੇਸ਼ਨ ਕਰਤੀ, ਟੈਲਾਂ ਟੁੱਲਾਂ ਲਾਤੀਆਂ, ਪਰ ਬਣਤਰ ਉਹੀ ਪੁਰਾਣੀ ਹੋਈ ਹੈ, ਡੈਕੋਰੇਸ਼ਨ ਜ਼ਰੂਰ ਕਰਤੀ ਇਹਨਾਂ ਦੀ ਜੀ। ਬਿਲਕੁਲ। ਸ਼ੇਖ ਸਦਰੁਦੀਨ ਦੇ ਗੁਸਲ ਕਰਨ ਵਾਸਤੇ ਜੀ, ਜਿਹਨੂੰ ਆਪਾਂ ਨਹਾਣ ਕਹਿ ਦਈਏ, ਤਾਂ ਕੁਝ ਗੁਸਲ ਜ਼ਰੂਰੀ, ਜਿਸ ਤਰ੍ਹਾਂ ਸ਼ੁੱਕਰਵਾਰ ਹੈ ਅੱਜ, ਸ਼ੁੱਕਰਵਾਰ ਨੂੰ ਨਮਾਜ਼ ਤੋਂ ਪਹਿਲਾਂ ਗੁਸਲ ਹੁੰਦਾ ਜੀ। ਤਾਂ ਸ਼ੇਖ ਸਾਹਿਬ ਨੇ ਗੁਸਲ ਕਰਨ ਵਾਸਤੇ ਇੱਕ ਤਲਾਅ ਬਣਾਇਆ ਸੀਗਾ ਜੀ। ਉਸ ਤਲਾਅ 'ਚ ਆ ਕੇ ਉਹ ਗੁਸਲ ਕਰਦੇ ਹੁੰਦੇ ਸੀਗੇ ਜੀ। ਇਹ ਤਲਾਅ ਉਹ ਹੈ ਜਦ ਕਿ ਉਸ ਟਾਈਮ ਕੱਚਾ ਸੀਗਾ, ਹੁਣ ਤਾਂ ਪੱਕਾ ਕਰਤਾ ਹਨਾ, ਹੁਣ ਤਾਂ ਤਲਾਅ ਨਹੀਂ ਬਲਕਿ ਇਹ ਸਵੀਮਿੰਗ ਪੂਲ ਲੱਗਦਾ ਜੀ। ਉਸ ਟਾਈਮ ਇਹ ਤਲਾਅ ਸੀ। ਮੇਰਾ ਦੱਸਣ ਦਾ ਮਕਸਦ ਇਹ ਹੈ ਕਿ ਉਸੇ ਥਾਂ ਤੇ ਹੈ, ਉਹੀ ਤਲਾਅ ਹੈ ਜੀ, ਪਰ ਇਹ ਸਿੱਧਾ ਸੀਗਾ ਜੀ। ਇਹਨਾਂ ਨੇ ਆਹ ਡਿਜ਼ਾਈਨਦਾਰ ਬਣਾਤਾ ਜੀ, ਇਹਨੂੰ ਅੱਜ ਕੱਲ੍ਹ ਦੇ ਦੌਰ 'ਚ ਲਿਆਂਦਾ। ਤਲਾਅ ਵਾਲੀ ਥਾਂ ਇਹ ਪੁਰਾਣੀ ਹੈ, ਇਸੇ ਜਗ੍ਹਾ ਹੋਈ ਹੈ, ਪਰ ਨਕਸ਼ਾ ਬਦਲਿਆ ਜੀ। ਮਿਹਰਾਬ ਦੀ ਗੱਲ ਕਰਦੇ ਸੀ, ਸ਼ੇਖ ਸਦਰੁਦੀਨ ਜਿੱਥੇ ਖੜ ਕੇ ਨਮਾਜ਼ ਪੜ੍ਹਦੇ ਸੀਗੇ ਜੀ, ਅੰਦਰੋਂ ਬੇਸ਼ੱਕ ਉਹ ਪੱਥਰ ਲਾ ਕੇ ਨਵੀਂ ਬਣਾਤੀ ਜੀ, ਪਰ ਪੁਰਾਣੀ ਜਿਹੜੀ ਮਿਹਰਾਬ ਸੀ ਬਾਹਰੋਂ ਉਹੀ ਹੈ। ਅੱਛਾ, ਇਹ ਉਸ ਸਮੇਂ ਦੀ ਲੋਧੀ ਵੰਸ਼ ਵੇਲੇ ਦੀ ਵੰਸ਼ ਦੀ। ਔਰ ਜਿਹੜਾ ਇਹਦਾ ਗੁੰਬਦ ਦਾ ਡਿਜ਼ਾਈਨ ਹੈ ਜੀ, ਇਹ ਖਿਲਜੀ ਵੰਸ਼ ਦਾ, ਖਿਲਜੀ ਸ਼ੈਲੀ 'ਚ ਹੈ ਜੀ। ਇਹ ਕੀ ਖਿਲਜੀ ਦੀ ਕੀ ਖਾਸ ਨਿਸ਼ਾਨੀ ਹੈ ਇਹਦੀ ਸ਼ੈਲੀ ਦੀ ਇਹ ਨਿਸ਼ਾਨੀ ਹੈ, ਜਦੋਂ ਮੁਗਲ ਆਏ ਨੇ, ਮੁਗਲ ਸ਼ੈਲੀ ਚੱਲੀ ਹੈ, ਤਾਂ ਜਿਹੜੇ ਮੀਨਾਰ ਸੀਗੇ ਇਹ ਉੱਪਰ ਨੂੰ ਉੱਠਵੇਂ ਬਣਨ ਲੱਗ ਗਏ ਜੀ। ਔਰ ਉਹਦੇ 'ਚ ਫਾੜੀਆਂ ਕੱਟ, ਜਿਵੇਂ ਖਰਬੂਜੇ ਦਾ ਹੁੰਦਾ, ਉਹ ਕੱਟ ਵਾਲੇ, ਉਹ ਮੁਗਲ ਸ਼ੈਲੀ ਹੈ ਜੀ। ਜੇ ਤੁਹਾਨੂੰ ਪਲੇਨ ਮਿਲੇਗਾ ਤਾਂ ਬੈਠਵੀਂ ਜਿਹੜੀ ਗੁਲਾਈ ਮਿਲੇਗੀ, ਉਹ ਤੁਹਾਨੂੰ ਹਮੇਸ਼ਾ ਜਿੱਥੇ ਮਰਜੀ ਦੇਖ ਲਿਓ, ਉਹ ਖਿਲਜੀ ਸ਼ੈਲੀ ਹੈ। ਉਹ ਖਿਲਜੀ ਜਿਹੜੇ ਵੰਸ਼ ਸੀਗਾ ਇਹ ਉਹਨਾਂ ਨੇ ਚਲਾਈ ਸੀਗੀ ਇਹ। ਉਸ ਤੋਂ ਬਾਅਦ ਮੁਗਲ ਆਏ, ਤੁਗਲਕਾਂ ਦੇ ਟਾਈਮ 'ਚ ਵੀ ਇਹੀ ਚੱਲਦੀ ਰਹੀ। ਲੋਧੀਆਂ ਨੇ ਵੀ ਫਿਰ ਇਸੇ ਨੂੰ ਹੀ ਆ ਕੇ, ਜਿਹੜੇ ਲੋਧੀ ਸੀਗੇ ਨਾ, ਉਹ ਲੋਧੀਆਂ ਨੇ ਮੁਗਲ ਕਿਉਂਕਿ ਉਸ ਤੋਂ ਬਾਅਦ ਆਏ ਨੇ, ਉਹਨਾਂ ਨੇ ਜਿਹੜਾ ਖਿਲਜੀ ਦੀ ਸ਼ੈਲੀ ਚੱਲਦੀ, ਖਿਲਜੀ ਵੰਸ਼ ਦੀ ਚੱਲਦੀ ਸੀਗੀ, ਉਸੇ ਨੂੰ ਅਪਣਾਇਆ। ਲੋਧੀਆਂ ਦੀ ਆਪਣੀ ਸ਼ੈਲੀ ਨਹੀਂ ਸੀਗੀ ਕੋਈ। ਇਸ ਕਰਕੇ ਇਹਦੀ ਆ ਗੁੰਬਦ, ਜਿਹੜੀ ਗੁੰਬਦ ਦੇ ਉੱਪਰਲੇ ਪਾਸੇ ਦੇਖੋ ਜਿਹੜਾ ਬਣਾਇਆ ਹੋਇਆ, ਉੱਥੇ ਡੰਡਾ ਜਿਹਾ ਸੀਗਾ, ਉੱਥੇ ਕਲਸ਼ ਲੱਗਦਾ ਸੀਗਾ ਜੀ।
ਤੇ ਇਹ ਸਾਰੀ ਦੀ ਸਾਰੀ ਅੱਜ ਵੀ ਉਹੀ ਹੈ। ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ 600 ਸਾਲ ਪੁਰਾਣੀ ਹੈ। ਤੇ ਸ਼ੇਖ ਸਦਰੁਦੀਨ ਜੀ ਇੱਥੇ ਇੱਥੇ ਖੜ ਕੇ ਨਮਾਜ਼ ਪੜ੍ਹਦੇ ਹੁੰਦੇ ਸੀ। ਨਮਾਜ਼ ਪੜ੍ਹਦੇ ਸੀ। ਇਹ ਉਹਨਾਂ ਦੀ ਮਿਹਰਾਬ ਹੈ। ਮਿਹਰਾਬ ਇਹ ਛੋਟੀ ਇੱਟ ਦੀ ਬਣੀ ਹੋਈ ਹੈ। ਆ ਜਿੱਥੇ ਕਿਤੇ ਤੁਹਾਨੂੰ ਬੜੀ ਇੱਟ ਨਜ਼ਰ ਆ ਰਹੀ ਹੈ, ਜਿੱਥੋਂ ਗਿਰਦੀ ਜੀ ਦਿਖੀ, ਇਹ ਰੋਕ ਲਾਉਣ ਵਾਸਤੇ। ਆ ਉੱਪਰੋਂ ਦੀ ਸੀਮੈਂਟ ਦਿਖ ਰਿਹਾ ਹੈ, ਜਦ ਕਿ ਚੂਨੇ 'ਚ ਬਣੀ ਹੋਈ ਹੈ। ਹਾਂ, ਚੂਨੇ 'ਚ ਬਣੀ ਹੋ ਤੇ ਕੁਛ ਨਮੂਨਾ ਬਚਿਆ। ਹਾਂ, ਯਾਨੀ ਕਿ ਅੱਜ ਉਸ ਨੂੰ ਇਹ ਬਚਾਇਆ ਹੋਇਆ ਹੈ। ਇਹਨੂੰ ਜ਼ਰੂਰਤ ਹੈ ਹੋਰ ਬਚਾਉਣ ਦੀ ਜੀ। ਇਹਦੇ ਆਲੇ ਦੁਆਲੇ ਜੰਗਲਾ ਬਣਾਇਆ ਜਾਵੇ, ਇਹਨੂੰ ਜਰਾ ਬਚਾਇਆ, ਕਿਉਂਕਿ ਇਹ 600 ਸਾਲ ਪੁਰਾਣੀ ਇਸ ਪੂਰੇ ਉਹਦੇ ਵਿੱਚ ਇੱਕੋ ਹੀ ਚੀਜ਼ ਨਜ਼ਰ ਆ ਰਹੀ ਹੈ। ਇੱਕੋ ਹੀ ਪੁਰਾਣੀ ਚੀਜ਼ ਬਚੀ ਹੋਈ ਹੈ ਜੀ। ਸ਼ੇਖ ਸਾਹਿਬ ਦਾ ਮਜ਼ਾਰ ਵੀ ਨਵਾਂ ਬਣ ਗਿਆ, ਸਾਰਾ ਕੁਝ ਨਵਾਂ ਬਣ ਗਿਆ। ਸਿਰਫ ਇੱਕ ਛੋਟਾ ਜਿਹਾ ਭਾਗ ਆ ਭਾਗ ਬਚਦਾ ਹੈ। ਇਹਨੂੰ ਤਾਂ ਬਲਕਿ ਆਰਕਾਈਵ ਦੀ ਤਰ੍ਹਾਂ ਸਾਂਭਣਾ ਚਾਹੀਦਾ ਜਿਸ ਤਰ੍ਹਾਂ। ਜੀ ਸਰ, ਧੰਨਵਾਦ ਤੁਹਾਡਾ ਵੀ। ਤੇ ਅਗਲੀ ਵਾਰੀ ਹੋਰ ਨਾ ਦੂਜਾ ਐਪੀਸੋਡ ਵੀ ਲੈ ਕੇ ਆਵਾਂਗੇ। ਤੁਸੀਂ ਪਹਿਲਾ ਐਪੀਸੋਡ ਦੇਖਿਆ ਨਾ ਜੀ, ਤਕਰੀਬਨ 10-12 ਭਾਗ ਬਣ ਜਾਣਗੇ। ਹਾਂਜੀ। ਤੇ ਉਹ ਵੀ ਲਗਾਤਾਰ ਆਪਾਂ ਜਾਰੀ ਰੱਖਾਂਗੇ। ਤੁਸੀਂ ਸਾਡੇ ਬਣੇ ਰਹੋ ਤੇ ਆਪਾਂ ਇਹ ਪਾਉਂਦੇ ਰਵਾਂਗੇ। ਤੁਸੀਂ ਹਰ ਰੋਜ਼ ਆਪਾਂ ਇੱਕ ਪਾ ਦਿਆ ਕਰਨੀ ਆ। ਤੁਹਾਨੂੰ ਮਰੇਲਕੋਟਲੇ ਦਾ ਸਾਰਾ ਇਤਿਹਾਸ ਹੀ ਪਤਾ ਲੱਗ ਜਾਣਾ ਤੇ ਬਹੁਤ ਸਾਰੀਆਂ ਚੀਜ਼ਾਂ ਗਾਂ ਜਦੋਂ ਸ਼ੇਰ ਮੁਹੰਮਦ ਸਾਹਿਬ ਦਾ ਵੀ ਜ਼ਿਕਰ ਹੋਣਾ ਵਾ, ਜਿਹੜਾ ਕਿ ਸਿੱਖਾਂ ਲਈ ਇੱਕ ਖਾਸ ਮਾਣਯੋਗ ਸ਼ਖਸੀਅਤ ਆ, ਉਹਨਾਂ ਦਾ ਵੀ ਜ਼ਿਕਰ ਮਿਲੂਗਾ। ਸਰ ਧੰਨਵਾਦ ਤੇ ਮਿਲਦੇ ਹਾਂ ਫਿਰ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜੀ ਕਿ ਤੁਸੀਂ ਇਹ ਮਲੇਰਕੋਟਲੇ ਦੇ ਇਤਿਹਾਸ ਤੇ ਪੂਰਾ ਸੀਰੀਅਲ ਬਣਾ ਰਹੇ ਹੋ ਜੀ। ਨਹੀਂ ਆਮ ਤੌਰ ਤੇ ਆਉਂਦੇ ਨੇ ਜੀ, ਇੱਕ ਅੱਧੀ ਕਿਸ਼ਤ ਬਣਾਈ ਜਾਂ ਇੱਕ ਅੱਧੀ ਚੀਜ਼ ਜਿਹੜੀ ਉਹਨਾਂ ਦੇ ਕੰਮ ਦੀ ਦਿਖਾਈ, ਦਿਖਾ ਕੇ ਉਸ ਤੋਂ ਬਾਅਦ ਤੇ ਤੁਸੀਂ ਇਹ ਜਿਹੜਾ ਵਿਸ਼ਾ ਸੋਚਿਆ ਜੀ, ਇਹ ਮੇਰੇ ਵਾਸਤੇ ਬੜੀ ਅੱਛੀ ਬਾਤ ਹੈ। ਧੰਨਵਾਦ ਜੀ ਤੁਹਾਡਾ। ਅੱਛਾ ਲੱਗਿਆ ਮੈਨੂੰ। ਤੁਹਾਡੀ ਨੌਲੇਜ ਵੀ ਕਮਾਲ ਦੀ ਆ। ਨਹੀਂ, ਉਹ ਤਾਂ ਧੰਨਵਾਦ ਹੈ ਤੁਹਾਡਾ। ਤੇ ਮੇਰੀ ਕੋਸ਼ਿਸ਼ ਇਹ ਰਹੂਗੀ ਜੀ ਵੀ ਮੈਂ ਵੱਧ ਤੋਂ ਵੱਧ ਇਤਿਹਾਸ ਤੋਂ ਜਾਣੂ ਕਰਵਾਵਾਂ ਜੀ। ਔਰ ਤੁਸੀਂ ਇੰਨਾ ਵੱਡਾ ਉਪਰਾਲਾ ਸ਼ੁਰੂ ਕੀਤਾ ਤਾਂ ਮੈਂ ਤੁਹਾਡਾ ਭਰਪੂਰ ਸਾਥ ਦੇਵਾਂਗਾ ਜੀ। ਜਿੰਨੀਆਂ ਵੀ ਕਿਸ਼ਤਾਂ ਬਣਨਗੀਆਂ 10 ਜਾਂ 12 ਮੈਂ ਤੁਹਾਡੇ ਨਾਲ ਹਾਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਮਿਹਰਬਾਨੀ।